गुरु का बख्शिया फतेह का नारा करो बुलंद गज के आखो जी। वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। श्री राग महला पहला। सतनाम श्री वाहिगुरु साहिब जीओ। श्री राग महला पहला। एक तिल प्यारा विसरै रोग वड्डा मन माहे। क्यों दर गह पत पाईऐ जा हर न वसै मन माहे। गुर मिलिऐ सुख पाईऐ अगन मरै गुण माहे। मन रे अहनिस हर गुण सार जिन खिन पल नाम न विसरै ते जन विरले संसार। ये पवित्र वचन धन धन साहिब श्री गुरु नानक देव महाराज जी ने नगर करतारपुर साहब विखे उचारण किए। संगतां नूं उपदेश देंदियां होइयां कल प्रीतम जी बख्शिश कर रहे सी। एह मनो मूर्ख लोभिया लोभे लगा लोभान। शब्द न भीजै साकता दुरमत आवण जान। साधु सतगुर जे मिलै तां पाईऐ गुणी निधान। ते जिन्हां ने इस पवित्र गल नूं मन लिया, जिन्हां नूं सतगुर दे इस पवित्र शब्द दी समझ आ गई, उन्हां दे विच फिर बदलाव आया। उन्हां ने गुरु साहब दे हुक्म मुताबक चलना शुरू किया। तो फिर जो उन्हां दे उत्ते प्रभाव पिया बाणी दा, फिर उन्हां नूं इउं लग्या जिवें कि जे असी एक मिनट भी परमेश्वर नूं भुला दईए तो इउं लगदा जिवें असी बहुत वड्डे रोगी हाँ। एक तिल प्यारा विसरै रोग वड्डा मन माहे। अमृत वेले उठण तो आलस हो जानी, उठिया ना जाना। फिर इउं लगदा है कि असी शायद बहुत वड्डे रोगी हाँ। अज उठिया नहीं गया। बाबा फरीद जी कहंदे फरीदा पिछल पहर न जागियो। जी बंदड़ो मोए होए पिछली रात अमृत बेला पहला पहर। फरीदा पिछल रात न जागियो जी बंदड़ो मोए होए। जे तैं रब विसारिया तां रब न विसरो होए। जां तां फिर बीमार नहीं उठ सकदा, रोगी नहीं उठ सकदा, जां फिर आलसी नहीं उठ सकदा। तो फिर सतगुरां ने उन्होंने भी रोगी कह दिता, आलसी कह दिता, जिहड़े अमृत वेले उठ के परमेश्वर नाल नहीं जुड़ते। सूरज चढ़दे तक, दिन चढ़दे तक जो मंजे च पए रहिंदे आ, उन्होंने पातशाह जी कहंदे तुसीं बहुते समय की गल करदे हो। मैनूं लगदा भी एक तिल जिन्ना समा, एक पल
ਇੱਕ ਪਹਿਰ ਦੇ ਵਿੱਚ 3 ਘੰਟੇ ਹੁੰਦੇ ਨੇ ਤੇ ਗੁਰੂ ਪਿਆਰਿਓ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੈ ਤਨ ਛੀਜੈ ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਣ ਕੇ ਵਿਦ ਕੀਜੈ। ਜੀਵ ਦੇ ਮਗਰ ਕਾਲ ਲੱਗਿਆ ਹੋਇਆ ਸ਼ਿਕਾਰੀ ਬਣ ਕੇ, ਪਲ ਪਲ ਗਈ ਵਿਹਾਏ, ਪਲ ਪਲ ਕਰਕੇ ਛਿਨ ਛਿਨ ਕਰਕੇ ਸਾਡੀ ਉਮਰ ਖਤਮ ਹੁੰਦੀ ਜਾ ਰਹੀ ਆ ਤੇ ਮਨੁੱਖ ਦੇ ਕੋਲ ਗੁਰੂ ਕੋਲ ਬੈਠਣ ਦਾ ਸਮਾਂ ਹੀ ਨਹੀਂ ਹੈਗਾ। ਬਾਕੀ 24 ਘੰਟੇ ਧੰਦਿਆਂ 'ਚ ਲਾ ਦੂਗਾ ਪਰ ਗੁਰੂ ਘਰ 'ਚ ਬੈਠਣ ਦਾ ਸਮਾਂ ਨਹੀਂ ਨਿਕਲਦਾ। ਇਹ ਮਨ ਐਸਾ ਇਹਨੂੰ ਭਜਾ ਕੇ ਲੈ ਜਾਂਦਾ, ਇੱਥੋਂ ਚੱਲੀਏ ਆਪਾਂ ਇੱਥੇ ਕੀ ਕਰਨਾ, ਕਿਉਂਕਿ ਕਾਲ ਦਾ ਏਜੰਟ ਹੈ। ਇਹ ਹੁਣ ਕਾਲ ਦੇ ਮਗਰ ਲੱਗਿਆ ਹੋਇਆ ਹੈ। ਜਿਵੇਂ ਕੋਈ ਮਾੜੀ ਸੰਗਤ ਬੰਦੇ ਦੀ ਜਿਹੜੀ ਹੈ, ਉਹ ਮਾੜੀ ਸੰਗਤ ਵਾਲਾ ਬੰਦਾ ਸਾਨੂੰ ਚੰਗੀ ਸੰਗਤ ਵਿੱਚ ਖੜ੍ਹਨ ਨਹੀਂ ਦਿੰਦਾ ਵੀ ਕਿਤੇ ਤੇ ਇਹਦਾ ਅਸਰ ਨਾ ਹੋ ਜਾਵੇ। ਐਸਾ ਹੀ ਸੁਭਾਅ ਸਾਡੇ ਮਨ ਦਾ ਹੈ ਕਿ ਸਾਨੂੰ ਸੰਗਤ ਵਿੱਚ ਬੈਠਣ ਨਹੀਂ ਦਿੰਦਾ। ਕੋਈ ਨਾ ਕੋਈ ਬਹਾਨਾ ਬਣਾ ਕੇ ਉਠਾ ਕੇ ਲੈ ਜਾਂਦਾ, ਇੱਥੋਂ ਛੇਤੀ ਭੱਜਦਾ ਘਰੇ ਚੱਲੀਏ ਆਪਾਂ ਕੰਮ ਕਰਨਾ ਹੈ, ਤੇ ਗਾਂਹ ਜਾ ਕੇ ਭਾਵੇਂ ਕਿਸੇ ਮੰਦਾਰੀ ਦਾ ਖੇੜਾ ਵੇਖਣ ਖੜ੍ਹ ਜੇ। ਸੰਸਾਰ ਤਮਾਸ਼ਾ ਹੀ ਹੈ। ਗਾਹਾਂ ਕਿਤੇ ਕੋਈ ਨਿੰਦਿਆ ਚੁਗਲੀ ਹੋਈ ਜਾਂਦੀ ਹੈ, ਉੱਥੇ ਖੜ੍ਹ ਜੇ, ਕੋਈ ਲੜਾਈ ਹੋਈ ਜਾਂਦੀ ਹੈ, ਉੱਥੇ ਖੜ੍ਹ ਜੇ, ਫਿਰ ਭੁੱਲ ਜੂਗਾ ਟਾਈਮ ਇਸ ਨੂੰ। ਪਰ ਇੱਥੇ ਨਹੀਂ ਟਾਈਮ ਲੱਗਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਹੋ ਜਿਹੇ ਲੋਕ ਵੱਡੇ ਰੋਗੀ ਹੈ, ਕੋਹੜੀ ਹੈ। ਸਭ ਤੋਂ ਵੱਡਾ ਰੋਗ ਪੁਰਾਣੇ ਸਮਿਆਂ ਦੇ ਵਿੱਚ ਕੋਹੜ ਮੰਨਿਆ ਗਿਆ ਸੀ, ਜਿਸ ਦਾ ਕੋਈ ਇਲਾਜ ਨਹੀਂ ਸੀ। ਜਦੋਂ ਇਹ ਚੱਲਿਆ ਸੀ ਉਦੋਂ ਅੱਜ ਦੇ ਕਰੋਨਾ ਵਰਗਾ ਹੀ ਸੀ, ਜਿਹਦਾ ਹਜੇ ਤੱਕ ਇਲਾਜ ਨਹੀਂ ਲੱਭਿਆ ਆਪਾਂ ਨੂੰ, ਤੇ ਦੁਨੀਆ ਮਰਦੀ ਜਾ ਰਹੀ ਸੀ ਕੋਹੜ ਦੇ ਨਾਲ। ਤੇ ਸਤਿਗੁਰਾਂ ਨੇ ਕੋਹੜ ਦੇ ਰੋਗ ਦੀ ਹੀ ਉਦਾਹਰਨ ਦਿੰਦੇ ਹੋਏ ਕਿਹਾ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ। ਜਿਸ ਸਰੀਰ ਨੂੰ, ਜਿਸ ਜੀਵ ਆਤਮਾ ਨੂੰ ਪਰਮੇਸ਼ਰ ਦਾ ਨਾਮ ਵਿਸਰ ਜਾਵੇ, ਬਾਣੀ ਵਿਸਰ ਜਾਵੇ, ਤੇ ਸਮਝੋ ਉਹ ਵੱਡੇ ਰੋਗੀ ਹੈ, ਕੋਹੜੀ ਹੈ। ਕੋਈ ਘਰ ਦਾ ਮੈਂਬਰ ਸਾਡਾ ਕੰਮ ਨਾ ਕਰੇ ਤੇ ਅਸੀਂ ਕਹਿੰਦੇ ਹਾਂ ਕੋਹੜੀਆ ਹੁਣ ਤਾਂ ਉੱਠ ਖੜ ਮੰਜੇ 'ਚੋਂ। ਇਹ ਸਾਡੇ ਇੱਕ ਗੁਰੂ ਪਿਆਰਿਓ ਮੁਹਾਵਰੇ ਜੇ ਬਣ ਗਏ, ਤੇ ਗੱਲ ਹੈ ਵੀ ਸਹੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬਾ ਸਮਾਂ ਸਿਮਰਨ ਵਿੱਚ ਬੈਠੇ ਰਹਿੰਦੇ। ਜੇ ਖੇਤਾਂ ਵੱਲ ਜਾਂਦੇ ਪਸ਼ੂ ਛੱਡ ਕੇ ਤੇ ਕਿਸੇ ਦਰਖਤ ਹੇਠਾਂ ਬਹਿ ਜਾਂਦੇ, ਘਰੇ ਹੁੰਦੇ ਤੇ ਵਿਹੜੇ 'ਚ ਮੰਜੇ 'ਤੇ ਬੈਠੇ ਰਹਿੰਦੇ ਜਾਂ ਪੈ ਜਾਂਦੇ, ਪਰਮੇਸ਼ਰ ਨੂੰ ਸਿਮਰਦੇ ਰਹਿੰਦੇ। ਇੱਕ ਦਿਨ ਮਾਤਾ ਤ੍ਰਿਪਤਾ ਜੀ ਨੇ ਵੇਖਿਆ ਕਿ ਰਾਤ ਦਾ ਸਮਾਂ 12 ਤੋਂ ਉੱਤੇ ਟਾਈਮ ਟੱਪ ਗਿਆ ਤੇ ਹਜੇ ਨਾਨਕ ਪਲੰਘੇ 'ਤੇ ਚੌਕੜਾ ਮਾਰ ਕੇ ਬੈਠਾ। ਇਹ ਪਿਆ ਨਹੀਂ, ਹਜੇ ਸੁੱਤਾ ਨਹੀਂ। ਤੇ ਮਾਤਾ ਕਹਿੰਦੀ, ਪੁੱਤਰ ਹੁਣ ਸੌਂ ਜਾ, ਬਹੁਤ ਟਾਈਮ ਹੋ ਗਿਆ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਮਾਤਾ ਜੀ ਮੈਂ ਕਿਵੇਂ ਸੌਂ ਜਾਵਾਂ, ਜਿੰਨਾ ਚਿਰ ਮੈਨੂੰ ਮੇਰਾ ਪ੍ਰੀਤਮ ਨਹੀਂ ਮਿਲਦਾ ਓਨਾ ਚਿਰ ਮੈਨੂੰ ਕਿੱਥੇ ਨੀਂਦ। ਉਹ ਦੇਖੋ ਪਪੀਹਾ, ਛੋਟਾ ਜਿਹਾ ਜਾਨਵਰ ਹੈ ਪਪੀਹਾ, ਸਾਰੰਗ ਵੀ ਕਹਿ ਦਿੰਦੇ ਆ ਉਸ ਨੂੰ। ਤੋ ਪਪੀਹਾ ਜਿਹੜਾ ਗੁਰੂ ਪਿਆਰਿਓ, ਜਦੋਂ ਉਹਨੂੰ ਪਿਆਸ ਲੱਗਦੀ ਹੈ ਫਿਰ ਉਹ ਪੀਓ ਪੀਓ ਦੀ ਰੱਟ ਲਾਉਂਦਾ ਹੈ, ਲਗਾਤਾਰ ਪੀਓ ਪੀਓ ਕਰਦਾ ਜਿੰਨਾ ਚਿਰ ਮੀਂਹ ਨਾ ਪੈ ਜਾਵੇ, ਕਿਉਂਕਿ ਉਹ ਜਿਹੜੀ ਚੁੰਝ ਆ ਉਹਦੇ ਨਾਲ ਪਾਣੀ ਪੀ ਨਹੀਂ ਸਕਦਾ। ਉਹਦੇ ਸਿਰ ਵਿੱਚ ਇੱਕ ਛੇਕ ਹੈ, ਮੋਰੀ ਹੈ, ਤੇ ਮੀਂਹ ਦਾ ਪਾਣੀ ਉੱਤੋਂ ਡਿੱਗਣਾ, ਕਣੀ ਉੱਥੋਂ ਦੀ ਜਾਣੀ ਆ ਉਹਦੇ ਅੰਦਰ। ਉਹਨੂੰ ਕਹਿੰਦੇ ਆ ਸਵੰਤੀ ਬੂੰਦ। ਜਿਵੇਂ ਉਹ ਪਪੀਹਾ ਆਕਾਸ਼ੀ ਬੂੰਦ ਮੰਗਦਾ, ਮੀਂਹ ਦਾ ਪਾਣੀ ਮੰਗਦਾ, ਮੀਂਹ ਮੰਗਦਾ ਹੈ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰੀ ਉਹਦੇ ਨਾਲ ਸ਼ਰਤ ਲੱਗੀ ਹੋਈ ਹੈ। ਸਾਖੀ 'ਚ ਲਿਖਿਆ ਹੈ, ਮੇਰੀ ਉਹ ਪਪੀਹੇ ਨਾਲ ਹੋੜ ਲੱਗੀ ਹੋਈ ਹੈ, ਸ਼ਰਤ ਲੱਗੀ ਹੈ। ਵੇਖਦੇ ਆ ਪਹਿਲਾਂ ਕੌਣ ਮਾਲਕ ਨੂੰ ਪਾਉਂਦਾ ਤੇ ਕੌਣ ਪਹਿਲਾਂ ਚੁੱਪ ਕਰਦਾ ਹੈ। ਪਪੀਹਾ ਨਹੀਂ ਹਟਦਾ ਤੇ ਮੈਂ ਕਿਵੇਂ ਹਟ ਜਾਵਾਂ। ਉੱਥੇ ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਛੋਟੇ ਉਮਰੇ
ਇਹ ਸ਼ਬਦ ਉਚਾਰਿਆ ਮਾਤਾ ਤ੍ਰਿਪਤਾ ਜੀ ਨੂੰ ਸੰਬੋਧਨ ਕਰਕੇ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ। ਜੇ ਮੈਂ ਉਸ ਨੂੰ ਕਹਿੰਦਾ ਹਾਂ ਤਾਂ ਮੈਂ ਜਿਉਂਦਾ ਹਾਂ, ਤੇ ਜਦੋਂ ਮੈਨੂੰ ਉਹ ਭੁੱਲ ਗਿਆ ਤੇ ਸਮਝੋ ਮੇਰੀ ਮੌਤ ਹੈ। ਇਹ ਜਿਉਂਦਿਆਂ ਦੀ ਮੌਤ ਹੈ। ਤੁਰੀਆਂ ਫਿਰਦੀਆਂ ਲਾਸ਼ਾਂ ਬਹੁਤ ਫਿਰਦੀਆਂ ਦੁਨੀਆ ਵਿੱਚ। ਭਾਵ ਜੋ ਮਾਲਕ ਤੋਂ ਵਿਛੜੇ ਹੋਏ ਆ ਉਹਨਾਂ ਨੂੰ ਪਾਤਸ਼ਾਹ ਨੇ ਇੱਕ ਲਾਸ਼ ਹੀ ਦੱਸਿਆ ਹੈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਉ। ਆਖਣ ਔਖਾ ਸਾਚਾ ਨਾਉ। ਬੜਾ ਔਖਾ ਲੱਗਦਾ ਨਾਮ ਜਪਣਾ। ਨਾਮ ਜਪਣਾ ਬੜਾ ਔਖਾ ਲੱਗਦਾ ਹੈ। ਹੋਰ ਵਾਧੂ ਕੰਮਾਂ 'ਤੇ ਬੰਦਾ ਬੜਾ ਟਾਈਮ ਬਰਬਾਦ ਕਰ ਲੈਂਦਾ, ਪਰ 10 ਮਿੰਟ ਜੇ ਨਾਮ ਜਪਣ ਲਈ ਬੈਠਣਾ ਪੈ ਜੇ, ਅੱਧਾ ਘੰਟਾ ਬੈਠਣਾ ਪੈ ਜੇ, ਤੇ ਐਂ ਲੱਗਦਾ ਵੀ ਟੁੱਟ ਜੂਗਾ ਸਰੀਰ ਮੇਰਾ, ਤੋੜ ਲੱਗ ਜਾਊਗੀ, ਭੱਜਣ ਨੂੰ ਜੀ ਕਰੂ। ਕਿਉਂਕਿ ਮਨ ਦਾ ਸੁਭਾਅ ਹੈ ਇਹ ਕਾਲ ਦੇ ਢਹੇ ਚੜ੍ਹ ਗਿਆ, ਪੰਜਾਂ ਵਿਕਾਰਾਂ ਦੇ ਢਹੇ ਚੜ੍ਹ ਗਿਆ। ਇਸ ਕਰਕੇ ਉਹ ਕਦੋਂ ਚਾਹੁੰਦਾ ਕਿ ਮੇਰੀ ਬੋਟ ਟੁੱਟ ਜਾਵੇ। ਬਈ ਜੇ ਬਹੁਤਾ ਸਮਾਂ ਸੰਗਤ ਵਿੱਚ ਬੈਠਣ ਲੱਗ ਪਿਆ ਤੇ ਇਹਨੂੰ ਰਸ ਆ ਜਾਣਾ, ਮੁੜ ਕੇ ਮੈਨੂੰ ਛੱਡ ਜਾਣਾ ਇਹਨੇ। ਇਸ ਕਰਕੇ ਬਹਿਣ ਨਹੀਂ ਦਿੰਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਉ। ਆਖਣ ਔਖਾ ਸਾਚਾ ਨਾਉ। ਭਾਵੇਂ ਕਿ ਕਹਿਣਾ ਬਹੁਤ ਔਖਾ ਹੈ, ਪਰ ਕਹਿਣਾ ਚਾਹੀਦਾ। ਜਿਵੇਂ ਰੋਟੀ ਪੈਦਾ ਕਰਨੀ ਬਹੁਤ ਔਖੀ ਆ। ਕੋਈ ਦਿਹਾੜੀਆਂ ਕਰਦਾ, ਕੋਈ ਨੌਕਰੀਆਂ ਕਰਦਾ, ਕੋਈ ਘਰ-ਬਾਰ ਛੱਡ ਕੇ ਦੂਰ ਗਿਆ ਹੋਇਆ। ਰੋਟੀ ਕਮਾਉਣ ਵਾਸਤੇ ਖਾਣੀ ਸੌਖੀ ਆ, ਕਮਾਉਣੀ ਬਹੁਤ ਔਖੀ ਆ। ਕੋਈ ਸਤਨਾਮ ਸ੍ਰੀ, ਪਰ ਖਾਣ ਵਾਸਤੇ ਕਮਾਉਣੀ ਪੈਂਦੀ ਆ, ਕਿਉਂਕਿ ਖਾਣੀ ਜ਼ਰੂਰੀ ਆ। ਖੁਰਾਕ ਤੋਂ ਬਗੈਰ ਸਰੀਰ ਨਹੀਂ ਚੱਲਦਾ, ਤੇ ਸਰੀਰ ਦੀ ਸਾਨੂੰ ਲੋੜ ਹੈ ਤਾਂ ਤੇ ਖੁਰਾਕ ਇਹਦੇ ਵਾਸਤੇ ਪੈਦਾ ਕਰਨੀ ਪੈਂਦੀ ਹੈ। ਭਾਵੇਂ ਕਰਨੀ ਪੈਦਾ ਔਖੀ ਆ, ਪਰ ਕਰਦੇ ਆ ਨਾ। ਇਵੇਂ ਜਿਵੇਂ ਆਤਮਾ ਦੀ ਖੁਰਾਕ ਨਾਮ ਹੈ, ਜਪਣਾ ਬਹੁਤ ਔਖਾ ਲੱਗਦਾ ਹੈ, ਪਰ ਜਪਣਾ ਪੈਣਾ। ਕਹੋ ਸਤਨਾਮ ਸ੍ਰੀ, ਸਰਨਾ ਨਹੀਂ ਇਹਦੇ ਬਿਨਾ। ਆਖਣ ਔਖਾ ਸਾਚਾ ਨਾਉ। ਤੇ ਜੇ ਕਿਸੇ ਨੂੰ ਆਦਤ ਬਣ ਜਾਵੇ, ਭੁੱਖ ਲੱਗਣ ਲੱਗ ਜਾਵੇ। ਇੱਕ ਉਹ ਵੀ ਬਿਮਾਰ ਹੁੰਦਾ ਜਿਹਨੂੰ ਭੁੱਖ ਨਾ ਲੱਗੇ, ਉਹਨੂੰ ਬਿਮਾਰ ਕਿਹਾ ਡਾਕਟਰਾਂ ਨੇ। ਆਪਾਂ ਜਾਣਦੇ ਹਾਂ ਬੱਚੇ ਲੈ ਕੇ ਦੇਖੋ ਜੀ, ਬੱਚਾ ਕੁਛ ਨਹੀਂ ਖਾਂਦਾ, ਬੜੀ ਭੁੱਖ ਹੀ ਲੱਗਦੀ, ਐਂ ਤੁਰਿਆ ਫਿਰਦਾ। ਡਾਕਟਰ ਕਹਿੰਦਾ ਇਹ ਬਿਮਾਰ ਹੈ, ਇਹਨੂੰ ਭੁੱਖ ਲੱਗਣ ਦੀ ਦਵਾਈ ਦਿਓ ਪਹਿਲਾਂ। ਕਹੋ ਸਤਨਾਮ ਸ੍ਰੀ। ਤੋ ਇਸੇ ਤਰ੍ਹਾਂ ਹੀ ਸਾਚਾ ਨਾਮ ਕੀ ਲਾਗੈ ਭੂਖ। ਜਿਨ੍ਹਾਂ ਨੂੰ ਸਤਸੰਗ ਕਰਨ ਦੀ ਭੁੱਖ ਨਹੀਂ ਲੱਗਦੀ, ਜਿਨ੍ਹਾਂ ਦੇ ਅੰਦਰ ਨਾਮ ਜਪਣ ਦੀ ਭੁੱਖ ਨਹੀਂ ਲੱਗਦੀ, ਉਹ ਵੀ ਬਿਮਾਰ ਹੈ। ਉਤ ਭੁੱਖ ਹੈ ਖਾਏ ਚੱਲੀਏ ਦੁੱਖ। ਤੇ ਜੇ ਕਿਤੇ ਲੱਗਣ ਲੱਗ ਜੇ ਭੁੱਖ, ਸਰੀਰ ਕਰਕੇ ਭੁੱਖ ਲੱਗੇ, ਚੰਗੀ ਖੁਰਾਕ ਖਾਵੇ ਤੇ ਬਿਮਾਰੀਆਂ ਨਹੀਂ ਨੇੜੇ ਆਉਂਦੀਆਂ। ਨਾਮ ਜਪਣ ਦੀ ਭੁੱਖ ਲੱਗੇ ਤੇ ਫਿਰ ਸੂਖਮ ਬਿਮਾਰੀਆਂ, ਨਿੰਦਿਆ ਚੁਗਲੀ ਈਰਖਾ ਦੋਈ ਦਵੈਤ ਸਾੜਾ ਪੰਜੇ ਵਿਕਾਰ, ਇਹ ਨੇੜੇ ਨਹੀਂ ਆਉਂਦੇ ਜੇ ਕਿਤੇ ਨਾਮ ਜਪਣ ਦੀ ਭੁੱਖ ਲੱਗਣ ਲੱਗ ਜੇ। ਸਾਚਾ ਨਾਮ ਕੀ ਲਾਗੈ ਭੂਖ। ਉਤ ਭੁੱਖੈ ਖਾਏ ਚੱਲੀਏ ਦੁੱਖ। ਕਿੰਨਾ ਜਪਣਾ ਔਖਾ। ਇੱਕ ਛੱਜੂ ਹੋਇਆ ਭਗਤ ਲਾਹੌਰ ਦੇ ਇਲਾਕੇ 'ਚ, ਤੇ ਗੁਰੂ ਪਿਆਰਿਓ ਭਜਨ ਬੰਦਗੀ ਬੜੀ ਕਰਦਾ ਹੈ ਆਪਣੇ ਘਰ ਵਿੱਚ ਬੈਠ ਕੇ। ਬੜਾ ਦਇਆਵਾਨ ਮਨੁੱਖ ਹੈ ਇਹ ਭਗਤ। ਇੱਕ ਦਿਨ ਘੁੰਮਦਾ ਘੁੰਮਦਾ ਬਾਜ਼ਾਰ 'ਚੋਂ ਨਿਕਲਿਆ ਤੇ ਕੀ ਵੇਖਦਾ, ਕੁਝ ਮਜ਼ਦੂਰ ਖੜ੍ਹੇ ਆ। ਜਿਹੜੇ ਮਜ਼ਦੂਰ ਆ ਇਕੱਠੇ ਹੋ ਕੇ ਖੜ੍ਹ ਜਾਂਦੇ ਆ ਚੌਂਕ 'ਚ, ਕਿਸੇ 'ਚ ਕੋਈ ਮਿੱਥਿਆ ਹੋਇਆ ਚੌਂਕ ਹੁੰਦਾ ਹੈ, ਉੱਥੇ ਆ ਕੇ ਮਜ਼ਦੂਰ ਖੜ੍ਹ ਜਾਂਦੇ ਆ। ਤੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਕੰਮ ਕਰਾਉਣ ਦੀ, ਉਹ ਆ ਕੇ ਮਜ਼ਦੂਰਾਂ ਨੂੰ ਲੈ ਜਾਂਦੇ ਆ। ਤੇ ਛੱਜੂ ਨੇ ਦੇਖਿਆ ਵੀ ਅੱਜ ਦੁਪਹਿਰਾ ਹੋ ਗਿਆ ਤੇ ਮਜ਼ਦੂਰਾਂ ਨੂੰ ਕੋਈ ਲੈ ਕੇ ਨਹੀਂ ਗਿਆ ਲੱਗਦਾ। ਤੇ ਛੱਜੂ ਭਗਤ ਉਹਨਾਂ ਕੋਲ ਖੜ੍ਹ ਗਿਆ ਵੀ ਕੀ ਗੱਲ ਤੁਸੀਂ ਅੱਜ ਇੱਥੇ ਖੜ੍ਹੇ ਹੋ? ਕਹਿੰਦੇ ਕੀ ਕਰੀਏ ਬਾਬਾ ਜੀ, ਕੋਈ ਲੈ ਕੇ ਨਹੀਂ ਗਿਆ, ਅੱਜ ਕੋਈ ਗਾਹਕ ਨਹੀਂ ਆਇਆ, ਇਸ ਕਰਕੇ ਅਸੀਂ ਇੱਥੇ ਖੜ੍ਹੇ ਹਾਂ। ਉਹ ਕਹਿਣ ਲੱਗਿਆ ਚਲੋ ਫਿਰ ਮੇਰੇ ਨਾਲ ਚੱਲੋ, 5-7 ਜਣੇ ਸਾਰੇ ਚੱਲੋ ਜਿੰਨੇ ਹੈਗੇ, ਮੈਂ ਤੁਹਾਨੂੰ ਦਿਹਾੜੀ ਵੀ ਦਿਉਂ ਤੇ ਪ੍ਰਸ਼ਾਦਾ ਵੀ ਛਕਾਊਂ ਤੇ ਕੰਮ ਵੀ ਕਰਾਊਂਗਾ।
कहते चलो। तो सारे मजदूरों को घरे ले आया। घरे लिया करके गुरु प्यारिओ उन्होंने हथ धवाए, जल पानी छकाया, पहला प्रशादा छकाया। प्रशादा छक के दसो जी की करना है? कहते करना तो कोई औखा काम नहीं गा। तो पट्टियां बिछातियां, बोरियां बिछातियां, कहते बह जाओ इन्हां ते, छौंकड़ी मार के बैठ के करने वाला किहड़ा काम है? असीं तां कही कसौली चलाउणे आ, खुरपा चलाउणे आ, कोई होर घर दे काम करदे आ, मिस्त्री दे नाल काम कराउणे आ। ये कहना बोरियां दे बैठ के काम करना, पता नहीं की कहेगा। अंदर गया तो जिन्ने बंदे सी उन्नियां माला चक लिया। कहना बह जाओ, बह गए, माला फड़ातियां। कहते बस तुसी इत्थे बैठ करके परमेश्वर का नाम जपना है, नाम दियां माला फेर दिओ बैठ के, ते हत्थ ने जांदे आपदी दिहाड़ी लै जाओ, वो भी तुहानूं सवाई डूढी वध देऊँगा, भोरा घट नहीं देंदा। वो बैठ गए फड़ के माला ते जपना शुरू किया जिवें छज्जू जी ने कहा। ते गुरु प्यारिओ अखीर 10 मिनट 15 मिनट 20 मिनट मन तो फस गया। कहना कित्थे फस गया जे भगत ने कित्थे फसा ले, इहो जिहा काम तो कदे आपां कीता ही नहीं गा। मन नूं गुरु प्यारिओ अंदरों चटपटी लग गई, मन नूं अंदरों तांग हो गई भी छेती चल गए। क्यों मन एक थां टेक के राजी नहीं गा। बाणी कहती है थिर कर बैसो, ये टेक के राजी नहीं। अखीर गुरु प्यारिओ अद्धा पौना घंटा तो उन्हां तो पूरा होया नहीं। ते उठ के कहते बाबा जी कोई होर काम दसो। कहते इहनूं की होया? कहते ये तो करना बहुत औखा है, आखण औखा साचा नाओ। कहते ये क्यों औखा है? कहते जी पता नहीं साथों नहीं ये हुंदा, फड़ो माला, ये काम नहीं साथों हुंदा गा। तो गुरु प्यारिओ वो सारे मनुख जिहड़े सन फिर चले गए बेचारे। उन्हां तो माला फेरनी औखी हो गई। उन्होंने भाव कहण तो है जिन्होंने इहदा इश्क लग गया, जिन्होंने स्वाद आ गया, जिन्होंने रस आ गया, उन्होंने तो ऐ लगता भी एक तिल जिन्ना समा भी, एक पल जिन्ना समा भी जे विसर गया तो मर जावांगे। पिछले समय लगभग सन 2000 दे विच एक साइंसदान आया नासा तो, जिसनों गुरु प्यारिओ बीमारी लग चुकी सी कैंसर दी। ये बीमारी ना रूप बदलती है, पहला कोड़ बन के आई सी, फिर कैंसर बन के आई, हुण करोना बन के आई। तो पिछले समय च आपां देखिया भी कैंसर बड़ा हुंदा सी, अज भी हो जांदा कईयां नूं। ते ओह साइंसदान नूं नासा दा जो बहुत वड्डा विग्यानी है, गौड़ जात दा ब्राह्मण है, इस नूं कैंसर हो गया। तो डॉक्टरां कोलों बड़े इलाज कराए और ये बीमारी चौथी स्टेज ते पहुँच गई, हड्डियां दे विच वड़ गई। हड्डियां विचों थोथियां हुंदियां साडियां, इहदियां जड़ां उन्हां हड्डियां दे विच भी फैल गईयां कहंदे। ते डॉक्टरां ने हत्थ खड़े करते भी इहनूं घरे लै जाओ, हुण अगली स्टेज जिहड़ी है मौत है, ये नहीं बचदा। हुण भाई जिहड़ी सेवा करनी है कर लो, घरे लै जाओ। तो एक लड़की है, उसदी एक घरवाली है, परिवार उन्हां नूं घरे लिआया। घरे लिया के जल पानी छकाउंदे आ, सेवा करदे आ, मंजे 'च पिया। कुदरती उसका कोई मिलनसार, कोई रिश्तेदार, दोस्त मित्र जां आंढी गवांढी आया, वो गुरु नानक दे नाल जुड़िया होया गुरसिख सीगा। जिहो जिहा बंदा हुंदा उहो जी सलाह दे दिंदा। गुरमुख चंगी सलाह दिंदे आ, मनमुख माड़ी दिंदे आ। शराबी आउणगे मिलण वास्ते, कहणगे यार इहनूं घुੱਟ पिया दिओ शायद खड़ा हो जाऊगा। ये को सतनाम सी। वो गुरमुख आया पता लैन, उसकी खबर लैन, ते गल चल पई। तो गुरमुख कहन लग्या भी इदां करो माता जी, तुसी बीबी जी हुण मरण किनारे तो हैगा ही आ, घट्टो घाटे दी जिंदगी अगले जन्म वास्ते सुधर जावे, अगला जन्म इस नूं ना मिले जां कोई चज दा मिले। तुसी हरमंदर साहब जाके एक गुरबाणी का अखंड पाठ साहब करवा के वो बाणी सुनो।
ਗੁਰਮੁਖ ਦੀ ਪ੍ਰੇਰਨਾ ਉਹਨਾਂ ਨੇ ਸੁਣੀ। ਭਾਵੇਂ ਕਿ ਨਾਸਾ ਦੇ ਵਿਗਿਆਨੀ ਪਹਿਲਾਂ ਮੰਨਦੇ ਨਹੀਂ ਸੀ, ਹੁਣ ਹੌਲੀ ਹੌਲੀ ਮੰਨਣ ਲੱਗੇ ਨੇ। ਸਾਇੰਸਦਾਨ ਰੱਬ ਨੂੰ ਨਹੀਂ ਸੀ ਮੰਨਦੇ। ਬਹੁਤ ਸਾਰੇ ਕਮਿਊਨਿਸਟ ਵੀ ਹੈ ਜਿਹੜੇ ਕਹਿੰਦੇ ਹਨ ਰੱਬ ਨਹੀਂ ਹੈ ਕੋਈ ਵੀ, ਬੰਦੇ ਤੋਂ ਬੰਦੇ, ਜੀਵਾਂ ਤੋਂ ਜੀਵ ਪੈਦਾ ਹੋਈ ਜਾਂਦੇ ਆ, ਮਰੀ ਜਾਂਦੇ ਆ। ਤਾਂ ਉਹ ਸਾਇੰਸਦਾਨ ਤਾਂ ਵਿਚਾਰਾ ਹੁਣ ਮਰਨ ਕਿਨਾਰੇ ਹੈ। ਪਰਿਵਾਰ ਨੇ ਮਰਦਾ ਕੀ ਨਾ ਕਰਦਾ, ਜਿਹੜਾ ਵੀ ਬਹਾਨਾ ਮਿਲੇ ਉੱਥੇ ਹੀ ਜਾ ਕੇ ਅਸੀਂ ਦਵਾਈ ਦਵਾਉਣੇ ਆ ਵੀ ਸ਼ਾਇਦ ਇੱਥੋਂ ਬਚ ਜੇ। ਅਤੇ ਉਹ ਮਾਵਾਂ ਧੀਆਂ ਦੋਨੇ ਲੈ ਕਰਕੇ ਇਸ ਨੂੰ ਜੀਪ 'ਚ ਗੱਡੀ 'ਚ ਪਾ ਕੇ ਸਟਰੇਚਰ 'ਤੇ ਪਾ ਕੇ ਲਿਆਈਆਂ ਅਤੇ ਨਾਲ ਹੋਰ ਆਂਢੀ ਗੁਆਂਢੀ ਆ ਗਏ ਅਤੇ ਉਸ ਸਟਰੇਚਰ ਨੂੰ ਚੱਕ ਕੇ, ਆਪਾਂ ਪੰਜਾਬੀ 'ਚ ਕਹਿ ਦਿਓ, ਮੰਜੇ 'ਤੇ ਪਾ ਕੇ ਲਿਆਉਣਾ। ਗੱਡੀ ਵਿੱਚ ਫੱਟਾ ਲੱਗਿਆ ਹੁੰਦਾ, ਐਂਬੂਲੈਂਸ ਦੇ ਵਿੱਚ ਫੱਟਾ ਲੱਗਿਆ ਹੁੰਦਾ, ਸਟਰੇਚਰ 'ਤੇ ਪਾ ਕਰਕੇ ਉਸ ਨੂੰ ਅੰਮ੍ਰਿਤਸਰ ਲਿਆਏ। ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਅਕਾਲ ਤਖ਼ਤ ਸਾਹਿਬ ਦੇ ਕੋਲ 2 ਨਿਸ਼ਾਨ ਲੱਗੇ ਨੇ, ਕੋਨੇ ਦੇ ਉੱਤੇ ਬਸ ਕਮਰੇ ਹਨ ਜਿੱਥੇ ਅਖੰਡ ਪਾਠ ਚੱਲਦੇ ਰਹਿੰਦੇ ਆ ਕਰਕੇ ਬੇਨਤੀ ਕੀਤੀ ਵੀ ਐਮਰਜੈਂਸੀ ਆ। ਭਾਵੇਂ ਕਿ ਉੱਥੇ ਟਾਈਮ ਤਾਂ ਨਹੀਂ ਜਲਦੀ ਮਿਲਦਾ, ਪਰ ਐਮਰਜੈਂਸੀ ਦੇਣਾ ਹੀ ਚਾਹੀਦਾ। ਕਹਿੰਦੀ ਐਮਰਜੈਂਸੀ ਆ, ਅਸੀਂ ਚਾਹੁੰਦੇ ਹਾਂ ਸਾਡਾ ਅਖੰਡ ਪਾਠ ਸਾਹਿਬ ਆਰੰਭ ਕਰਕੇ ਸਾਡੇ ਵੱਲੋਂ ਸੇਵਾ ਲੈ ਕੇ ਅਤੇ ਇਹ ਸਾਡੇ ਮਰੀਜ਼ ਨੂੰ ਬਾਣੀ ਸੁਣਾਉਣੀ ਆ, ਸਾਨੂੰ ਇਹ ਹੁਕਮ ਹੋਇਆ ਸਮਝੋ। ਤਾਂ ਸਿੰਘਾਂ ਨੇ ਉਸੇ ਵੇਲੇ ਹੀ, ਪ੍ਰਬੰਧਕਾਂ ਨੇ ਇੰਤਜ਼ਾਮ ਕੀਤਾ, ਅਰਦਾਸ ਬੇਨਤੀ ਕਰਕੇ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤਾ। ਅਤੇ ਉਹ ਸਾਇੰਸਦਾਨ ਗੁਰੂ ਪਿਆਰਿਓ ਸਾਹਮਣੇ ਪਾ ਦਿੱਤਾ। ਉਹਨੂੰ ਸਾਹਮਣੇ ਪਾਤਾ ਲੰਬਾ, ਅਤੇ ਉਸ ਦਾ ਪਰਿਵਾਰ ਕੋਲੇ ਬੈਠ ਗਿਆ। ਕਹਿੰਦੇ ਸਵੇਰੇ ਬਾਣੀ ਆਰੰਭ ਹੋਈ, ਸਿੱਖ ਨੂੰ ਕਿਹਾ ਵੀ ਉੱਚੀ ਬਾਣੀ ਪੜ੍ਹਿਓ ਭਾਈ, ਇਹਦੇ ਕੰਨ 'ਚ ਪਵੇ ਆਵਾਜ਼। ਉਹਨਾਂ ਨੇ ਰੌਲ ਲਾਉਣ ਲੱਗਿਆ ਉੱਚੀ ਆਵਾਜ਼ ਕੀਤੀ, ਸੁਣਦਾ ਰਿਹਾ। ਅਤੇ ਕਹਿੰਦੇ ਪਿਛਲੇ ਪਹਿਰ ਉਹ ਕਹਿਣ ਲੱਗਿਆ ਪਰਿਵਾਰ ਨੂੰ ਕਿ ਮੈਨੂੰ ਬਿਠਾ ਦਿਓ, ਮੈਨੂੰ ਲੱਗਦਾ ਮੈਂ ਕੁਝ ਠੀਕ ਹਾਂ, ਬੈਠ ਸਕਦਾ। ਅਤੇ ਪਰਿਵਾਰ ਨੇ ਫੜ ਕੇ ਉਸ ਨੂੰ ਖੜ੍ਹਾ ਕਰਕੇ ਅਤੇ ਥੰਮ ਦੇ ਨਾਲ, ਪਿੱਲਰ ਦੇ ਨਾਲ ਢੂਈ ਲਵਾਤੀ ਉਹਦੀ। ਅਤੇ ਉਸ ਦੀ ਘਰਵਾਲੀ ਨੇ ਮੋਢੇ ਤੋਂ ਹੱਥ ਪਾ ਕੇ ਫੜ ਲਿਆ ਡਿੱਗਣ ਤੋਂ। ਬਾਣੀ ਚੱਲਦੀ ਰਹੀ ਅਤੇ ਬੱਚੀ ਦੇ ਦਿਮਾਗ 'ਚ ਫੁਰਨਾ ਆਇਆ ਬਈ ਕਿਉਂ ਨਾ ਹੁਣ ਮੇਰੇ ਮਾਤਾ ਪਿਤਾ ਦੇ ਦੋਨੇ ਇਕੱਠੇ ਬੈਠੇ, ਇੱਕ ਫੋਟੋ ਖਿੱਚ ਲਈਏ, ਵੀਡੀਓ ਬਣਾ ਲਈਏ, ਸਮਾਂ ਫੇਰ ਨਹੀਂ ਮਿਲਣਾ, ਕੀ ਪਤਾ ਮੌਤ ਦਾ ਕਦੋਂ ਆ ਜੇ। ਤਾਂ ਉਹ ਮੂਵੀ ਬਣਾਉਣ ਲੱਗ ਪਈ। ਕਹਿੰਦੇ ਕੈਮਰਾ ਕੋਲ ਸੀ, ਉਹਨੇ ਮੂਵੀ ਬਣਾਉਣੀ ਸ਼ੁਰੂ ਕੀਤੀ। ਅਤੇ ਬਣਾਉਂਦਿਆਂ ਹੋਇਆਂ ਉਹ ਕੀ ਵੇਖਦੀ ਹੈ, ਜਦੋਂ ਉਸਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਕੇ ਸ਼ੁਰੂ ਕਰਕੇ ਆਪਣੇ ਪਿਤਾ ਦੇ ਵੱਲ ਲਿਜਾਣੀ ਕੀਤੀ, ਤਾਂ ਉਸ ਨੂੰ ਉਹਦੇ ਵਿੱਚ ਕੁਝ ਲਿਸ਼ਕਾਰੇ ਦਿਖਾਈ ਦਿੱਤੇ। ਚਲੋ ਖੈਰ ਉਹਨੇ ਉਦੋਂ ਕੋਈ ਗੌਰ ਨਹੀਂ ਕੀਤੀ, ਮੂਵੀ ਬਣ ਗਈ, ਸਮਾਂ ਲੰਘ ਗਿਆ। ਗੱਲ ਮੁਕਾਓ ਕਿ 3 ਦਿਨਾਂ ਦੇ ਵਿੱਚ ਉਹ ਸਾਇੰਸਦਾਨ ਉੱਠ ਕੇ ਤੁਰਨ ਜੋਗਾ ਹੋ ਗਿਆ। ਭਾਵੇਂ ਕਿ ਬਾਹੋਂ ਫੜ ਕੇ, ਮੋਢਾ ਫੜ ਕੇ ਉਸ ਦਾ ਤੋਰਿਆ, ਉਹਨੇ ਪਰਿਕਰਮਾ ਕੀਤੀ, ਤੁਰਨਾ ਕੀਤਾ। ਫਿਰ ਉਸ ਨੂੰ ਵਾਪਸ ਘਰ ਲੈ ਗਏ। ਘਰ ਲਿਜਾ ਕਰਕੇ ਪਾ ਦਿੱਤਾ ਮੰਜੇ 'ਤੇ, ਚੈੱਕਅਪ ਕੀਤਾ ਅਤੇ ਡਾਕਟਰ ਕਹਿੰਦੇ ਹੈਰਾਨ ਹੋ ਗਿਆ ਵੀ ਕੈਂਸਰ ਦਾ ਇੱਕ ਵੀ ਇਹਦੇ ਵਿੱਚ ਜੜ ਨਹੀਂ ਰਹੀ, ਕਿੱਧਰ ਗਿਆ ਉਹ, ਤੁਸੀਂ ਕਿਹੜੀ ਦਵਾਈ ਖਾ ਕੇ ਆਏ। ਡਾਕਟਰਾਂ ਨੂੰ ਖੋਜ ਰਹਿੰਦੀ ਹੈ ਵੀ ਜਿਹੜੀ ਦਵਾਈ ਕਿਸੇ ਚੀਜ਼ 'ਤੇ ਵਧੀਆ ਕੰਮ ਕਰਦੀ ਹੈ ਉਹਦਾ ਪਤਾ ਕੀਤਾ ਜਾਵੇ। ਡਾਕਟਰ ਕਹਿੰਦੇ ਦਵਾਈ ਦੱਸੋ ਕਿਹੜੀ ਦਿੱਤੀ ਹੈ ਇਸ ਨੂੰ। ਤਾਂ ਸਾਰੇ ਹੈਰਾਨ ਹੋ ਗਏ ਵੀ ਜਿਹੜਾ ਕੈਂਸਰ ਹੱਡੀਆਂ ਦੇ ਵਿੱਚ ਵੜ ਗਿਆ ਸੀ ਉਹ ਕਿਵੇਂ ਚਲਿਆ ਗਿਆ, ਕਿੱਧਰ ਖਤਮ ਹੋ ਗਿਆ। ਫਿਰ ਕਹਿੰਦੇ ਉਸ ਡਾਕਟਰਾਂ ਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਸੀਗੇ, ਉੱਥੇ ਅਸੀਂ ਗੁਰਬਾਣੀ ਸੁਣੀ ਹੈ ਅਤੇ ਉਹਦੇ ਨਾਲ ਜਿਹੜਾ ਇਹ ਬਿਮਾਰੀ ਖਤਮ ਹੋ ਗਈ। ਫਿਰ ਉਹ ਮੂਵੀ ਚਲਾ ਕੇ ਦੇਖੀ ਅਤੇ ਕੀ ਵੇਖਦੇ ਹੈ, ਕੁਝ ਕਿਰਨਾਂ ਜਿਹੜੀਆਂ ਦਰਬਾਰ ਸਾਹਿਬ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਚੱਲਦੀਆਂ ਅਤੇ ਇਸ ਦੇ ਨੌਹਾਂ ਨਾਲ ਟੱਚ ਰਹੀਆਂ ਨੇ, ਟਕਰਾ ਰਹੀਆਂ ਨੇ। ਭਾਵ ਹੱਥਾਂ ਦੇ, ਪੈਰਾਂ ਦੇ ਨੌਹਾਂ ਵਿੱਚੋਂ ਦੀ ਉਹ ਕਿਰਨਾਂ ਜਿਹੜੀਆਂ ਪ੍ਰਵੇਸ਼ ਕੀਤੀਆਂ ਅਤੇ ਇਸ ਦੇ ਅੰਦਰ ਫੈਲ ਗਈਆਂ। ਜਿਹੜਾ ਸਾਇੰਸ ਕੋਲੇ, ਡਾਕਟਰਾਂ ਕੋਲੇ ਲੈਜਰ ਸਿਸਟਮ ਹੁਣ ਆਇਆ, ਪਰਮੇਸ਼ਰ ਨੇ ਤਾਂ ਪਹਿਲਾਂ ਹੀ ਬਣਾਇਆ, ਉਹ ਜੋਤ ਰੂਪੀ। ਗੱਲ ਮੁਕਾਓ ਕਿ 2000 ਦੇ ਵਿੱਚ ਉਹ ਗਿਆ ਬਾਣੀ ਸੁਣ ਕੇ। ਕੁਝ ਸਮਾਂ ਸਰੀਰ ਦੇ ਵਿੱਚ ਦੁਬਾਰਾ ਕਮਜ਼ੋਰੀ ਖਤਮ ਹੋ ਗਈ ਔਰ ਤੁਰਨ ਫਿਰਨ ਜੋਗਾ ਹੋ ਗਿਆ।
पर उस दिन तो उस नूं यह एक ख्याल बन गया बई मैं बाणी सुननी है, बाणी बिना मैं बचदा नहीं। उन्हें वॉकमैन पहला छोटे छोटे आउंदे सी, अज भी आउंदे होणगे। तो उस दे विच उसने कीर्तन दियां गुरबाणी दियां कैसटां पा के लगातार 24 घंटे सुनते रहना, सुत्ते पे भी कन्नां च लगियां रहनियां। मतलब कि उन्होंने यह भरोसा हो गया और एक ख्याल आ गया कि एक तिल प्यारा विसर है, रोग वड्डा मन माहे। जे मैनू बाणी ना सुनी मैं दोबारा तो ये बीमारी मैनू दोबारा हो सकती है। ਉਹਦੇ मन ਵਿੱਚ गल बैठ गई। कहते वो लगातार फिर 24 घंटे चत्तो पैर बाणी सुनता रहिंदा ਕੰਨ ਵਿੱਚ ला के। बाणी की समझ आवे ਜਾਂ ना आवे ਇਹਨੇ काम कर ही देना। बाणी जिहड़ी है ना किसी नूं समझ आवे ਜਾਂ ना आवे अर्थां दी, पर जे बाणी की आवाज़ ਕੰਨ ਵਿੱਚ ਜਾਂਦੀ रहे तो इन्हें दवाई की तरह काम करने सानू दवाई का किहड़ा पता हुंदा भी इह की कुछ पाया, आपां टपा ही लैंदे आ ना, अंदर जाके उहदे तत्त आपे काम करते है। तो इस तरह गुरु प्यारिओ ओह जल्दी ही ठीक हो गया, तुरन फिरन जोगा हो गया। तो फिर उसने जदों किसी नूं कुछ मिलता है ना, फिर वो चाहुंदा है कि ये सब नूं मिले। ये दया की गल है। जिमें मक्खण शाह लवाणे नूं पता लग्या कि गुरु तेग बहादुर जी ही असली गुरु है, इन्हां कोल ही वो पावर है, तो उन्होंने रौला पाता गुरु लाधो रे, गुरु लाधो रे। ये साइंसदान ने भी घूम के फिर रौला पाया सारे संसार च, जगह जगह जाके गुरु घरां दे विच संगतां नूं गाइड कीता कि गुरबाणी विच इन्नी ताकत है। देखो मैं तुहाडे सामने सबूत खड़ा कि मैं चौथी स्टेज के कैंसर से पहुँच गया सीगा, जिहड़ा हुण विच एक दाना भी नहीं रहागा। ये सारी बाणी की कृपा है। तो इस करके उस तो पहला तो गुरु नानक देव जी लिखी बैठे हैं बाणी दे विच। अज आपां शब्द उचारिया सरवण कीता श्री राग महला पहला, एक तिल प्यारा विसरै, रोग वड्डा मन माही। हैरानी की गल है, क्योंकि हैरान करने वालियां ही गल्लां कई बारी हो जांदियां घटनावां। एक जर्मन का इंजीनियर काफ़ी समा पहला अंग्रेज ते अपने देश विच बाहरले देशों दीयां बणियां मशीनां आउंदियां, ट्रैक्टर भी आया रूस तो पहला। तो किसी दे मशीनां आईयां सन जर्मन तो, ते ओहदा इंजीनियर ठीक करने वास्ते आया। तो वो सरदार फिर मशीनां ठीक कराउण तो बाद उस जर्मनी अंग्रेज नूं गुरु घर लै गया श्री हरमंदर साहब। अमृतसर दे विच ही वो मशीनां लगियां सी। कहंदे श्री अमृतसर साहब हरमंदर साहब लै गया। तो जदों ओह अंदर उतरिया तो ड्योढ़ी दे सामने कहा, तो उस नूं इउं लग्या जिवें सामने आकाशा विचों हरमंदर साहब दे कोलों उहनूं ओहदा आराध्या ईसा मसीह दिखाई दिता। वो बड़ा हैरान होया, कहंदा ये तो साडा ही घर है, इत्थे तो साडे पैगंबर दी मैनू झलक पई है, दर्शन होए है, तो साडा ही घर है। उस तो बाद नमस्कार करके अंदर जाके बैठ के कीर्तन आरंभ हो गया। हुण जर्मन का अंग्रेज है जिन्होंने गुरमुखी तो आउंदी नहीं, पंजाबी तो आउंदी नहीं, गुरबाणी तो सारी गुरमुखी विच है। पर कहते वो सरदार तो वो अंग्रेज दोने अंदर बैठ के रागियां दे मगर जाके ते 7 घंटे वो कीर्तनी सुनी गए। ना तो अंग्रेज ने कहा भी उठ के चलिए, तो ना सरदार ने कहा। 7 घंटिया बाद वो बाहर आए तो अंग्रेज पूछता भाई साहब तुहानू ये बाणी की समझ आउंदी है? सरदार जी कहन लगे लै साडी भाषा च लिखी हुई है, साडी भाषा च गाई जाती है, सानू पूरी समझ आउंदी है। कहंदे तो साडी भाषा च जर्मनी। कहंदा कहो सतनाम। ये तो जदों मैं सुन रहा सीगा जर्मनी विच अंग्रेजी विच गाई जा रही सीगी, साडी जर्मन भाषा च गाई जा रही सी। भाव गुरु रामदास पातशाह जी ने उहदे कन्नां विच ये बाणी की आवाज़ कन्वर्ट करके जर्मनी च ही पा दी। कहो सतनाम श्री। ये कौतक है सतगुरां दे, जिन्हों लाउणा होवे सतगुरु ला ही लैंदा। तो वह जर्मन का अंग्रेज काफ़ी समा पहलां दी गल है, कोई अजकल दी नहीं। ये
इतिहास की कथा है। तो गुरु प्यारिओ जर्मनी अंग्रेज बहुत प्रभावित होया ते वो कहन लग्या मैं तुहाडा वर्गा स्वरूप धारण करना। निहंग सिंह सीगे उत्थे फिरदे, कहना मैं सिख बनना, इस घर का सेवक बनना, मैनू की करना पऊगा। सरदार कहन लग्या भी इस तरह पंजे ककार धारण करने पैणगे, अमृत छकना पैना। पर उस वेले वो कटिंग सी सिद्धी, उसकी केस कट्टे हुए सन। पर वो जांदा होया पंजे ककार लै गया इत्थों ते अपने इलाके में जा करके उसने फिर केसदाड़ा रखिया। और गुरु प्यारिओ जो साबित सूरत हो गया तो फिर जिथों कितों उसनों प्राप्ति हुई अमृत की, उन्हें अमृत छकिया, पंज ककारी हो गया। तो दोबारा कई सालों बाद फिर वह गेड़ा वजया तो फिर अपने वो सरदार मित्र कोल गया जिहदियां मशीनां सन, उन्होंने लभ्या तो वह हैरान हो गया भी ओह जर्मन वाला अंग्रेज अज पूर्ण निहंग सिंह के रूप च आया। को सतनाम श्री, ये गुरु साहब की कृपा है गुरु प्यारिओ। पर शर्त है कि जे किते सानू बाणी नाल ऐदां दा स्वाद आ जाए, रस पै जाए, तो पातशाह जी कहते फिर की हुंदा है, गुर मिले सुख पाई है अगन मरै गुण माहे। जे गुरु मिल जाए तो फिर साडे अंदर दियां सारियां अग्गां, सारे रोग खत्म हो जाते हैं। चार तरह की अग दसी है बाणी विच, हंस, हेत, लोभ, कोप, चारे नदियां अग पवै दज्जै नानका। इस तरह कहते दुनिया ये मच रही है ना चार तरह की अग विच, पर ये चो बच जाते हैं जेडे गुरु के चरनी लग जाते हैं। सतगुरु पातशाह जी कहते एक तिल प्यारा विसरै रोग वड्डा मन माहे। जे सानू एक तिल जिन्ना भी परमेश्वर का नाम विसर जाता, साडे विच वड्डियां बीमारियां, रोग, आशा, तृष्णा, विषय विकार पैदा हो जाते आ, हंकार पैदा हो जाता है, कोड़ पैदा हो जाता है, रोग पैदा हो जाते हैं। इत्थे तां दुखी रहनी आ, दरगाह दे विच भी दुख मिलते न। क्यों दरगह पत पाई है, उत्थे भी इज्जत नहीं हुंदी, उत्थे भी कहंदे नरकां विच सिटिया जांदा है। क्यों जां हर न वसै मन माहे, गुर मिलिया सुख पाई है अगन मरै गुण माहे। गुरु नूं मिलिए ते कहन लगे पातशाह जी गुणां नूं ग्रहण करिए। गुरु कोलों गुण मिलते हैं, चंगी संगत चों चंगी चीज़ मिलती है, माड़ी चों माड़ी मिलती है। इस करके गुर मिले सुख पाई है अगन मरै गुण माहे। मन रे अहनिस हर गुण सार, मना दिन रात उस परिपूर्ण परमेश्वर परमात्मा नूं सिमरिया कर। अहनिस दिन रात लगातार, अहनिस हर गुण सार, हरि दे गुणां नूं गाया कर। जिन खिन पल नाम न विसरै ते जन बिरले संसार। जिन्हां नूं एक पल एक छिन भी परमेश्वर का नाम नहीं विसरदा, वो भी है दुनिया विच, पर बिरले बिरले हैन, बिरले नाही घने। फैल फकड़ संसार, कहते जिन्हां ने उस नूं सिमर ना कीता उन्हां दी अंदरों सारियां अग्गां बुझ गईयां। क्यों पातशाह जी कहते मन रे अहनिस हर गुण सार, जिन खिनपल नाम न विसरै ते जन बिरले संसार रहाओ। ज्योति जोत मिलाई है, ज्योति जोत मिलाउणा, जोत अखां विच है, ज्योति स्वरूप नूं कहंदे आ, चेहरे नूं कहंदे आ, शरीर नूं कहंदे आ ज्योति, ते जोत साडीआं अखां च है। जिस तरह गुरद्वारा साहिब ज्योति स्वरूप, तो ज्योति स्वरूप दे विच की इतिहास है कि उत्थे दो साहिबजादे ते माता गुजरी जी का स्थान है। कहो सतनाम श्री। तो जदों इन्हां दोनों का मिलाप होण लग पिया, जोत का ते ज्योति का, ज्योति जोत मिलाई है, इन्हां दोनों नूं मिला के सुरती सुरत संजोग, फिर साडे जिहड़े ख्याल बाहर नूं जांदे आ, ये भी अंदर इकट्ठे होने शुरू हो जाणगे। ये जुगता नाम जपण दी
ਅੱਖਾਂ ਦੀ ਜੋਤ ਨੂੰ ਆਪਣੇ ਹੀ ਚਿਹਰੇ ਤੇ ਲਾਈਏ, ਕਿਸੇ ਦੂਸਰੇ ਦਾ ਧਿਆਨ ਨਹੀਂ ਧਰਨਾ। ਕਹੋ ਸਤਿਨਾਮ ਸ੍ਰੀ, ਆਪਣਾ ਹੀ ਧਿਆਨ ਧਰਨਾ ਹੈ ਆਪੇ। ਔਰ ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਸੰਜੋਗ, ਇਹਨੂੰ ਕਹਿੰਦੇ ਆ ਅਸਲੀ ਜੋਗ। ਪਰਮੇਸ਼ਰ ਨੂੰ ਸਿਮਰਨ ਦਾ ਢੰਗ, ਪਰਮੇਸ਼ਰ ਨਾਲ ਜੁੜਨ ਦਾ ਅਸਲੀ ਜੋਗ ਕੀ ਹੈ? ਸੁਰਤ ਨੂੰ ਇਕੱਠੀ ਕਰਨਾ, ਧੁਨਮੈ ਧਿਆਨ। ਜਿਵੇਂ ਹੁਣ ਇੱਥੋਂ ਆਵਾਜ਼ ਆ ਰਹੀ ਹੈ ਸ਼ਬਦ ਦੀ, ਕਥਾ ਦੀ, ਗੁਰਬਾਣੀ ਦੀ, ਤੇ ਤੁਹਾਡੀ ਸੁਰਤ ਇਸ ਆਵਾਜ਼ ਵਿੱਚ ਲੱਗੀ ਹੋਈ ਆ। ਤੇ ਘਰੇ ਜਾ ਕੇ ਤੁਸੀਂ ਕੀ ਕਰਨਾ? ਕਿਸੇ ਖੂੰਜੇ 'ਚ ਬੈਠ ਕੇ ਆਪੇ ਆਵਾਜ਼ ਪੈਦਾ ਕਰ ਲਓ, ਵਾਹਿਗੁਰੂ ਵਾਹਿਗੁਰੂ। ਇਹਨੂੰ ਗਾਉਂਦੇ ਹੋਏ ਆਪੇ ਸੁਣਨਾ ਸ਼ੁਰੂ ਕਰ ਦਿਓ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਇਸ ਤਰ੍ਹਾਂ ਜਿਨ੍ਹਾਂ ਨੇ ਜਾਣਿਆ ਉਹਨਾਂ ਗੁਰਮੁਖਾਂ ਦੀ ਕਥਾ ਅਕਥ ਹੈ, ਕਹੀ ਨਹੀਂ ਜਾ ਸਕਦੀ। ब्रह्म ज्ञानी की गत ब्रह्म ज्ञानी जाना है, कहना दूर है, कहनी औखी है। ज्योति जोत मिलाई है सुरती सुरत संजोग। कहन लगे इस तरह की हुंदा फिर जदों कोई इस तरह मिलता है। हिंसा होमे गत गए नाही सहसा सोग। कहन लगे इस तरह फिर इहदे अंदरों ਜਿਹੜੀਆਂ चारे अग्गां हंस हेत लोभ कोप, चारे नदियां अग। ये चार तरह दियां अग्गां ਜਿਹੜੀਆਂ मनुख ਦੇ अंदर ਹਨ, ਇਹ ਪਾਤਸ਼ਾਹ जी कहते फिर खत्म हो गईयां। हंस हेत लोभ कोप, ये चार तरह दी आ ਕਿਹੜੀ ਕਿਹੜੀ है? हंस भाव हिंसा, हिंसा करनी, जीवां दा घात करना। हेत भाव मोह ममता की अग। इस तरह ही लोभ लालच पदार्थां की तृष्णा की अग। ते कोप क्रोध, जदों कोई वस्तु प्राप्त ना होवे, प्राप्ति करके गुस्से होना ते गुस्से विच आके किसी नूं मार देना, क्रोध करना। ये चार तरह की अग है जिन्हां दे नाल जीव सड़ी जाते हैं। हंस हेत लोभ कोप चारे नदियां अग। ये चार नदियां हैं अग दियां, जिन्हां विच जी पै के सड़ रहे न। प्रीतम जी कहते हिंसा होमे गत गए, ते जदों नाम जपिया ये चले गए। गति हुंदी है तुर जाना, तुर पैना, गति करना, तुर पैना। इउं कहते जदों नाम जपिया, ज्योति जोत मिलाई सुरती सुरत मिलाई, ਤਾਂ ਇਹ ਚਾਰੇ ਔਗਣ ਜਿਹੜੇ ਸਨ ਮਨੁੱਖ ਦੇ ਵਿੱਚੋਂ, ਚਾਰ ਤਰ੍ਹਾਂ ਦੀ ਅੱਗ ਖਤਮ ਹੋ ਗਈ। ਹਿੰਸਾ ਹਉਮੈ ਗਤ ਗਏ, ਚਲੇ ਗਏ, ਨਾ ਹੀ ਸਹਿਸਾ ਸੋਗ। ਹੁਣ ਕੋਈ ਦੁੱਖ ਨਹੀਂ ਹੈ, ਕੋਈ ਸੋਗ ਨਹੀਂ ਹੈ। ਗੁਰੂ ਦੀ ਕਿਰਪਾ ਸਦਕਾ ਇਹਨਾਂ ਨਦੀਆਂ ਚੋਂ ਜੀਵ ਨਿਕਲ ਗਿਆ। ਗੁਰਮੁਖ ਜਿਸ ਹਰ ਮਨ ਵਸੇ, ਤਿਸ ਮੇਲੇ ਗੁਰ ਸੰਜੋਗ। ਇਹ ਸੰਯੋਗ ਬਣਦਾ ਹੈ। ਸੰਯੋਗ ਦਾ ਮਤਲਬ ਚੰਗਾ ਸਮਾਂ। ਜੋਗ ਜਿਵੇਂ ਤੁਸੀਂ ਘਰੋਂ ਆ ਕੇ ਦਰਬਾਰ ਸਾਹਿਬ 'ਚ ਬੈਠੇ, ਇਹ ਸੰਯੋਗ ਹੈ। ਜਿਹੜੇ ਨਹੀਂ ਆਏ ਉਹ ਵਿਜੋਗ ਹੈ, ਉਹ ਜੁੜੇ ਨਹੀਂ। ਤਾਂ ਇਹ ਸੰਯੋਗ ਬਣ ਗਿਆ। ਅਸੀਂ ਕਿਸੇ ਬੱਚੇ ਬੱਚੀ ਦਾ ਵਿਆਹ ਕਰਨ ਵਾਸਤੇ ਕਹਿੰਦੇ ਆ, ਬੱਚਿਆਂ ਦਾ ਸੰਯੋਗ ਨਹੀਂ ਬਣ ਰਿਹਾ, ਇਹਨਾਂ ਦਾ ਮਿਲਾਪ ਨਹੀਂ ਹੋ ਰਿਹਾ, ਇਹਨਾਂ ਦਾ ਵਿਆਹ ਨਹੀਂ ਹੋ ਰਿਹਾ, ਕੋਈ ਸੰਯੋਗ ਬਣੇ। ਬੇਨਤੀਆਂ ਕਰਦੇ ਆ ਕਿ ਉਹ ਸੰਯੋਗ ਬਣਦਾ ਕਦੋਂ ਹੈ? ਬਾਣੀ ਕਹਿੰਦੀ ਜੇ ਲੋੜੈ ਬਰ ਵਾਲੜੀਏ, ਤਾਂ ਗੁਰ ਚਰਨੀ ਚਿੱਤ ਲਾਏ ਰਾਮ। ਹੈ ਬੱਚੀ, ਜੇ ਤੂੰ ਆਪਣੇ ਪਤੀ ਨੂੰ ਪਾਉਣਾ ਚਾਹੁੰਦੀ ਹੈ ਤੇ ਗੁਰੂ ਕੋਲੇ ਜਾ। ਜਦੋਂ ਕਿਸੇ ਪਾਸੇ ਹੱਥ ਨਾ ਪਵੇ ਤੇ ਫਿਰ ਆਪਾਂ ਇੱਥੇ ਆ ਕੇ ਅਰਦਾਸ ਬੇਨਤੀ ਕਰਦੇ ਹਾਂ, ਆਪਣੇ ਜਿਸ ਨੂੰ ਵੀ ਮੰਨਦੇ ਆ। ਸਿੱਖ ਜਿਹੜਾ ਗੁਰੂ ਘਰ ਆ ਕੇ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਦਾ, ਤਾਂ ਫਿਰ ਕੀ ਬਣਦਾ? सतगुरु पातशाह जी कहते जे लोड़ै वर बालड़िए, गुर चरनी चित लाए राम। सदा होवे सुहागनी, हर जियो मरै न जाए राम। गुरबाणी दे एक एक शब्द दे चार चार अर्थ है। दो तो प्रगट है, एक अर्थ ये कि संसारी तौर पर बच्चे बच्ची का संयोग नहीं बनता, उदों असी अरदास बेनती करते हैं गुरु कोल आके।
ਤੇ ਦੂਸਰਾ ਅਰਥ ਹੈ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਕੰਮ। ਇਹ ਵੀ ਇਹੀ ਗੁਰੂ ਕਰਦਾ ਹੈ। ਕਹੋ ਸਤਿਨਾਮ ਸ੍ਰੀ। ਜੋ ਜਨਮਾਂ ਜਨਮਾਂਤਰਾਂ ਤੋਂ ਭਟਕ ਰਹੀ ਹੈ, ਪਤੀ ਪਰਮੇਸ਼ਰ ਨਹੀਂ ਮਿਲ ਰਿਹਾ, ਪਰਮਾਤਮਾ ਨਾਲ ਆਤਮਾ ਦਾ ਮਿਲਾਪ ਨਹੀਂ ਹੋ ਰਿਹਾ, ਉਹ ਵੀ ਮਨੁੱਖਾ ਜਨਮ ਦੇ ਵਿੱਚ ਆ ਕੇ ਗੁਰੂ ਦੇ ਕੋਲ ਆ ਕੇ ਬੇਨਤੀ ਕਰ, ਇਹ ਤੈਨੂੰ ਤੇ ਉਸ ਨੂੰ ਮਿਲਾ ਸਕਦਾ ਹੈ। ਗੁਰ ਚਰਨੀ ਚਿਤ ਲਾਏ RAM ਸਦਾ ਹੋਵੇ ਸੁਹਾਗਣੀ। ਉਹ ਬੱਚੀ ਦਾ ਵੀ ਕੰਮ ਬਣ ਜਾਂਦਾ ਹੈ ਤੇ ਇਸ ਆਤਮਾ ਰੂ ਬੱਚੀ ਦਾ ਵੀ ਕੰਮ ਬਣ ਜਾਂਦਾ ਹੈ, ਔਰ ਇਹ ਤਾਂ ਸਦਾ ਹੀ ਸੁਹਾਗਣ ਹੋ ਜਾਂਦੀ ਹੈ ਪਰਮੇਸ਼ਰ ਨਾਲ ਮਿਲ ਕੇ। ਫਿਰ ਇਹਦੀ ਭਟਕਣਾ ਖਤਮ ਹੋ ਜਾਂਦੀ। ਜਿਹੜੀ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਹੋਇਓ। ਫਿਰ ਸੰਸਾਰ ਜਿਹੜਾ ਹੈ ਇਹਦੇ ਨਾਲ ਜੁੜਨਾ ਸ਼ੁਰੂ ਕਰਦਾ ਜਦੋਂ। ਤੇ ਪ੍ਰੀਤਮ ਜੀ ਕਹਿੰਦੇ ਗੁਰਮੁਖ ਜਿਸ ਹਰ ਮਨ ਵਸੈ, ਜਿਹੜੇ ਹਿਰਦੇ ਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਹੋ ਗਿਆ, ਤਿਸ ਮੇਲੇ ਗੁਰ ਸੰਜੋਗ, ਉਹਨਾਂ ਨੂੰ ਗੁਰੂ ਮਿਲਾ ਦਿੰਦਾ ਹੈ, ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਅੱਗੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਕਾਇਆ ਕਾਮਣ ਜੇ ਕਰੀ ਭੋਗੈ ਭੋਗਣ ਹਾਰ। ਕਹਿੰਦੇ ਜੇ ਅਸੀਂ ਉਸ ਪਰਿਪੂਰਨ ਪਰਮੇਸ਼ਰ ਨੂੰ ਪਾਉਣਾ ਹੈ ਤਾਂ ਸਾਨੂੰ ਐਸਾ ਪ੍ਰੇਮ ਕਰਨਾ ਪਵੇਗਾ ਜਿਵੇਂ ਇਸਤਰੀ ਮਨੁੱਖ ਦਾ ਪਤੀ ਪਤਨੀ ਦਾ ਪਿਆਰ ਹੈ। ਕਹੋ ਸਤਿਨਾਮ। ਉਦਾਹਰਨਾਂ ਦੁਨੀਆ ਦੀਆਂ ਦੇਣੀਆਂ ਪੈਂਦੀਆਂ ਤਾਂ ਕਿ ਗੱਲ ਸੌਖੀ ਸਮਝ ਆ ਜਾਵੇ। ਸਾਡਾ ਉਸ ਪਰਮੇਸ਼ਰ ਦੇ ਨਾਲ ਇੰਨਾ ਪ੍ਰੇਮ ਹੋਣਾ ਚਾਹੀਦਾ ਜਿਵੇਂ ਸੰਸਾਰ ਦੇ ਵਿੱਚ ਕਈ ਤਰ੍ਹਾਂ ਦੇ ਪ੍ਰੇਮ ਭਗਤਾਂ ਨੇ ਵੀ ਦੱਸੇ। ਕਾਮੀ ਪੁਰਖ ਕਾਮਨੀ ਪਿਆਰੀ, ਤੈਸੀ ਨਾਮੈ ਪ੍ਰੀਤ ਮੁਰਾਰੀ। ਮੇਰੀ ਉਸ ਕ੍ਰਿਸ਼ਨ ਦੇ ਨਾਲ, ਪਰਮੇਸ਼ਰ ਦੇ ਨਾਲ, ਮੁਰਾਰੀ ਦੇ ਨਾਲ ਐਸੀ ਪ੍ਰੀਤ ਹੈ ਜਿਵੇਂ ਇਸਤਰੀ ਤੇ ਮਨੁੱਖ ਦੀ ਪ੍ਰੀਤ ਹੁੰਦੀ ਹੈ, ਪਤੀ ਪਤਨੀ ਦੀ ਪ੍ਰੀਤ ਹੁੰਦੀ ਹੈ। ਪ੍ਰੀਤਮ ਜੀ ਕਹਿੰਦੇ ਗੁਰਮੁਖ ਰਵੈ ਸੁਹਾਗਣੀ, ਕਾਇਆ ਕਾਮਣ ਜੇ ਕਰੀ ਭੋਗੈ ਭੋਗਣ ਹਾਰ। ਜੇ ਅਸੀਂ ਆਤਮਾ ਰੂਪ ਕਾਮਨੀ ਇਸਤਰੀ ਨੂੰ, ਜਿਹੜਾ ਇਸ ਦੇ ਵਿੱਚ ਸਰੀਰ ਦੇ ਰਹਿੰਦੀ ਹੈ, ਜੇ ਉਹਦੇ ਨਾਲ ਜੋੜ ਨਾ ਕਰੀਏ, ਤਿਸਿਓ ਨੇਹੋ ਨ ਕੀ ਜਾਈ, ਜੋ ਦੀਸੈ ਚੱਲਣ ਹਾਰ। ਸਰੀਰ ਵਿੱਚ ਰਹਿੰਦੇ ਹੋਏ ਸੰਸਾਰ ਦੇ ਪਦਾਰਥਾਂ ਤੋਂ ਉੱਚੇ ਉੱਠ ਕੇ ਸਾਡੀ ਆਤਮਾ ਨੂੰ ਚੇਤਨਾ ਰੂਪ ਪਤੀ ਨਾਲ, ਚੇਤਨਾ ਨੂੰ ਪਰਮੇਸ਼ਰ ਪਤੀ ਰੂਪ ਸ਼ਬਦ ਦੇ ਨਾਲ ਜੁੜਨਾ ਚਾਹੀਦਾ। ਕਾਇਆ ਕਾਮਣ ਸਦਾ ਸੁਹੇਲੀ ਪਿਰ ਵਸੈ ਜਿਸ ਨਾਲੇ। ਕਾਇਆ ਦੇਹੀ ਇਹ ਸੁਖੀ ਵਸਦੀ ਹੈ ਆਪਣੇ ਮਾਲਕ ਨਾਲ ਜੁੜ ਕੇ, ਤੇ ਕਾਇਆ ਦਾ ਮਾਲਕ ਹੈ ਸ਼ਬਦ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਜਿਵੇਂ ਉਦਾਹਰਨ ਇਸਤਰੀ ਸੁਖੀ ਹੈ ਜਿਹੜੀ ਆਪਣੇ ਪਤੀ ਨਾਲ ਵਸਦੀ ਹੈ। ਕਾਇਆ ਕਾਮਣ ਸਦਾ ਸੁਹੇਲੀ ਪਿਰ ਵਸੈ ਜਿਸ ਨਾਲੇ। ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ। ਕਾਇਆ ਕਾਮਣ ਜੇ ਕਰੀ ਭੋਗੈ ਭੋਗਣ ਹਾਰ। ਜੇਕਰ ਕਾਇਆ ਜੋ ਬੁੱਧੀ ਹੈ ਇਸ ਨੂੰ ਕਾਮ ਰੂਪ ਇਸਤਰੀ ਤੇ ਪਰਮੇਸ਼ਰ ਰੂਪੀ ਪਤੀ ਪ੍ਰਾਪਤ ਹੋ ਜਾਵੇ, ਚਾਹਵਾਨ ਬਣ ਜਾਵੇ, ਤਾਂ ਫਿਰ ਇਸ ਨੂੰ ਉਸ ਦੇ ਨਾਲ ਜੁੜਨ ਦੇ ਲਈ ਸੰਸਾਰ ਦੇ ਪਦਾਰਥਾਂ 'ਚੋਂ ਧਿਆਨ ਖਿੱਚਣਾ ਪੈਣਾ। ਤੇਸਿਓ ਨੇਹੋ ਨਾ ਕੀਜਈ, ਫਿਰ ਉਹਨਾਂ ਦੇ ਨਾਲ ਮੋਹ ਨਾ ਪਾਈ ਜੋ ਦੀਸੈ ਚੱਲਣ ਹਾਰ। ਇੱਕ ਫਕੀਰ ਤੁਰਿਆ ਜਾ ਰਿਹਾ ਹੈ, ਇੱਕ ਸ਼ਕੀਰ ਨਾਮ ਦਾ ਆਦਮੀ ਹੈ। ਉਹ ਫਕੀਰ ਉਸ ਦੇ ਕੋਲ ਰਾਤ ਕੱਟਣ ਲਈ ਰੁਕਿਆ। ਉਸ ਨੇ ਉਹਦੀ ਬੜੀ ਸੇਵਾ ਕੀਤੀ, ਜਲ ਪਾਣੀ ਛਕਾਇਆ, ਰਾਤ ਕਟਾਈ। ਤੜਕੇ ਜਾਂਦੇ ਨੂੰ ਕਾਫੀ ਭੇਟਾਵਾਂ ਗਿਫਟ ਆਦਿ ਵੀ ਦਿੱਤੇ ਉਸ ਨੂੰ। ਤੇ ਫਕੀਰ ਨੇ ਅਰਦਾਸ ਕੀਤੀ ਉੱਥੇ ਹੱਥ ਬੰਨ੍ਹ ਕੇ ਖੜ ਕੇ, ਮਹਾਰਾਜ ਇਸ ਮਨੁੱਖ ਨੇ ਬੜੀ ਸੇਵਾ ਕੀਤੀ ਹੈ, ਹੋਰ ਵੀ ਵਧੇ ਫੁੱਲੇ। ਉਹ ਮਨੁੱਖ ਸੀ ਤਾਂ ਗ੍ਰਸਤੀ, ਸਿੱਧਾ ਸਾਦਾ, ਪਰ ਕਹਿਣ ਲੱਗਿਆ ਬਾਬਾ ਕਿਆ ਵਧਣਾ ਫੁੱਲਣਾ, ਮੈਨੂੰ ਲੱਗਦਾ ਇਹ ਸਮਾਨ ਵੀ ਰਹਿਣ ਵਾਲਾ ਨਹੀਂ।
2 ਸਾਲਾਂ ਬਾਅਦ ਫਕੀਰ ਦਾ ਫਿਰ ਗੇੜਾ ਵੱਜਿਆ। ਸੋਚਿਆ ਵੀ ਚਲੋ ਉਸ ਮਿੱਤਰ ਨੂੰ ਮਿਲ ਕੇ ਚੱਲਦੇ ਹਾਂ। ਪਰ ਜਦ ਉੱਥੇ ਪਹੁੰਚਿਆ ਤੇ ਉੱਥੇ ਉਹ ਹੈ ਹੀ ਨਹੀਂ। ਆਂਢ ਗੁਆਂਢ 'ਚੋਂ ਪੁੱਛਿਆ ਵੀ ਇਹ ਕਿੱਧਰ ਗਿਆ ਸ਼ਕੀਰ? ਕਹਿੰਦੇ ਜੀ ਇਹ ਤਾਂ ਜਮਾਂ ਹੀ ਕੰਗਾਲ ਹੋ ਗਿਆ ਤੇ ਹੁਣ ਕਿਸੇ ਜ਼ਿਮੀਂਦਾਰ ਦੇ ਲੱਗਿਆ ਹੋਇਆ ਮਜ਼ਦੂਰੀ ਤੇ ਉੱਥੇ ਰਹਿੰਦਾ। ਲੱਭ ਲੁੱਭ ਕੇ ਉਹਨੂੰ ਫੇਰ ਮਿਲਿਆ। ਹੁਣ ਉਹਦਾ ਸੁਭਾਅ ਸੀ ਸੇਵਾ ਕਰਨੀ, ਸੰਤਾਂ ਦਾ ਸੇਵਕ ਸੀ ਉਹ, ਪਰ ਰਹਿੰਦਾ ਸੀ ਗ੍ਰਸਤੀ ਬਾਣੇ 'ਚ। ਮਿਲਿਆ ਉਹਨੂੰ, ਆਪਣੀ ਝੌਂਪੜੀ 'ਚ ਲੈ ਗਿਆ ਸਾਧੂ ਨੂੰ, ਜਲ ਪਾਣੀ ਛਕਾਇਆ, ਚਾਟ ਤੇ ਬਿਠਾ ਕਰਕੇ, ਚਟਾਈ ਤੇ ਬਿਠਾ ਕਰਕੇ ਪ੍ਰਸ਼ਾਦਾ ਪਾਣੀ ਛਕਾਇਆ। ਜਿਹੋ ਜਿਹਾ ਛਕਾਇਆ ਗਿਆ, ਜਿਹੋ ਜਿਹਾ ਕੋਲੇ ਉਹੀ ਛਕਾ ਸਕਦੇ ਆ। ਤਾਂ ਫਕੀਰ ਨੇ ਫਿਰ ਉੱਥੇ ਖੜ ਕੇ ਕਹਿੰਦੇ ਅਰਦਾਸ ਕੀਤੀ, ਮਾਲਕਾ ਇਹ ਕੀ ਹੋਇਆ? ਇੰਨਾ ਵਧੀਆ ਬੰਦਾ, ਦਇਆਵਾਨ, ਲੋਕਾਂ ਦੀ ਸੇਵਾ ਕਰਨ ਵਾਲਾ, ਇਹਦਾ ਸਾਰਾ ਕੁਝ ਹੀ ਚਲਿਆ ਗਿਆ। ਤੇ ਉਹ ਸ਼ਕੀਰ ਕਹਿਣ ਲੱਗਿਆ, ਬਾਬਾ ਇਹ ਵੀ ਰਹਿਣ ਵਾਲਾ ਨਹੀਂ। ਭਾਵ ਅਮੀਰੀ ਗਰੀਬੀ ਆਉਂਦੀਆਂ ਜਾਂਦੀਆਂ ਰਹਿੰਦੀਆਂ, ਇਹ ਸਦਾ ਨਹੀਂ ਰਹਿੰਦੀਆਂ। ਉਦਣ ਅਮੀਰੀ ਸੀ, ਉਦਣ ਵੀ ਕਹਿੰਦਾ ਇਹ ਰਹਿਣ ਵਾਲਾ ਨਹੀਂ, ਇਹ ਜਾਣ ਵਾਲਾ। ਤੇ ਅੱਜ ਗਰੀਬੀ 'ਚ ਬੈਠਾ ਸਾਧੂ, ਫਿਰ ਕਹਿੰਦਾ ਮਹਾਰਾਜ ਆਹ ਕੀ ਕਰਤਾ ਤੂੰ? ਇੰਨਾ ਵਧੀਆ ਬੰਦਾ ਸੀ। ਉਹ ਕਹਿਣ ਲੱਗਿਆ, ਬਾਬਾ ਇਹ ਵੀ ਰਹਿਣ ਵਾਲਾ ਨਹੀਂ, ਇਹ ਵੀ ਜਾਣ ਵਾਲਾ ਹੈ। ਕਮਾਲ ਹੋ ਗਈ। ਇਹ ਫਕੀਰ ਚਲਿਆ ਗਿਆ ਯਾਤਰਾ ਤੇ, ਫਿਰ ਗੇੜਾ ਵੱਜਿਆ, ਫਿਰ ਆਇਆ ਤੇ ਕੀ ਦੇਖਦਾ, ਉਹ ਸ਼ਕੀਰ ਹਵੇਲੀ ਦਾ ਮਾਲਕ ਬਣਿਆ, ਜ਼ਮੀਨ ਦਾ ਮਾਲਕ ਬਣਿਆ, ਪਿੰਡ ਵਾਲਿਆਂ ਤੇ ਹੁਕਮ ਚੱਲਦਾ। ਅੱਜ ਖੁਸ਼ ਆਇਆ ਜਲ ਪਾਣੀ ਛਕ ਕੇ, ਕਿਉਂਕਿ ਉਹਦਾ ਜਿਹੜਾ ਮਾਲਕ ਸੀ ਉਹਦੇ ਬੱਚਾ ਨਹੀਂ ਸੀ ਹੋਇਆ ਕੋਈ। ਇਹਨੇ ਉਹਦੇ ਸੇਵਾ ਕੀਤੀ ਤੇ ਉਹ ਸਾਰਾ ਕੁਝ ਇਹਦੇ ਨੌਕਰ ਆ ਗਿਆ। ਅਮੀਰ ਹੋ ਗਿਆ ਦੁਬਾਰਾ ਫਿਰ ਸ਼ਕੀਰ, ਉਹਨਾਂ ਕੋਠੀਆਂ ਦਾ ਮਾਲਕ ਬਣ ਗਿਆ ਸਾਰੇ ਕਾਸੇ ਦਾ। ਔਰ ਫਕੀਰ ਨੇ ਫਿਰ ਰੁਕਣਾ ਕੀਤਾ, ਜਲ ਪਾਣੀ ਛਕਿਆ। ਜਦੋਂ ਵੇਖਿਆ ਵੀ ਚਲੋ ਇਹ ਤੇ ਫਿਰ ਰੱਬ ਨੇ ਕਿਰਪਾ ਕੀਤੀ, ਅਮੀਰ ਕਰਤਾ। ਕਹਿੰਦਾ ਵਾਹ ਮਹਾਰਾਜ, ਚਲੋ ਚੰਗਾ ਕੀਤਾ, ਹੁਣ ਇੱਦਾਂ ਹੀ ਬਣਾਈ ਰੱਖੀ। ਉਹ ਕਹਿੰਦਾ ਬਾਬਾ ਇਹ ਵੀ ਰਹਿਣ ਵਾਲਾ ਨਹੀਂ। ਕਹੋ ਸਤਨਾਮ ਸੀ, ਇਹ ਵੀ ਰਹਿਣ ਵਾਲਾ ਨਹੀਂ। ਫਕੀਰ ਕਹਿਣ ਲੱਗਿਆ, ਯਾਰ ਤੂੰ ਹਰ ਗੱਲ ਤੇ ਇਹੀ ਗੱਲ ਕਹਿੰਦਾ। ਮੈਂ ਕਹਾਂ ਕੀ, ਮੈਂ ਸੱਚ ਕਹਿਣਾ ਕਿ ਸਾਰੀ ਦੁਨੀਆ ਜਾਣ ਵਾਲੀ ਹੈ। ਤੇ ਸਿਓ ਨੇਹੋ ਨਾ ਕੀਜੇ ਜੋ ਦੀਸੈ ਚੱਲਣ ਹਾਰ। ਉਹ ਫਕੀਰ ਚਲਿਆ ਗਿਆ। ਕਾਫੀ ਸਮੇਂ ਬਾਅਦ ਫਿਰ ਗੇੜਾ ਵੱਜਿਆ, ਉਸੇ ਕੋਠੀ 'ਚ, ਉਸੇ ਬਿਲਡਿੰਗ 'ਚ ਆਇਆ ਮਿਲਣ ਵਾਸਤੇ। ਹੁਣ ਉਸ ਬਿਲਡਿੰਗ ਵਿੱਚ ਕਬੂਤਰ ਬੋਲਦੇ ਆ, ਉਜੜੀ ਪਈ ਆ, ਖਾਲੀ ਪਈ ਆ। ਆਂਢ ਗੁਆਂਢ 'ਚ ਪੁੱਛਿਆ ਵੀ ਇਹਦਾ ਮਾਲਕ ਕਿੱਧਰ ਗਿਆ? ਸ਼ਕੀਰ ਕਹਿੰਦੇ ਉਹ ਤਾਂ ਮਰ ਗਿਆ। ਕਹਿੰਦੇ ਮਰ ਗਿਆ? ਹਾਂਜੀ। ਇਹਦਾ ਮਾਲਕ? ਕਹਿੰਦੇ ਮਾਲਕ ਇਹਦਾ ਕੋਈ ਹੈ ਹੀ ਨਹੀਂ। ਕਹਿੰਦੇ ਓਹੋ। ਫੇਰ ਕਹਿੰਦੇ ਦਫਨਾਤਾ, ਕਬਰ ਬਣੀ ਆ ਉਹਦੇ ਪਿੰਡ ਦੇ ਬਾਹਰ। ਕਬਰ ਤੇ ਮਿਲਣ ਵਾਸਤੇ ਚਲਿਆ ਗਿਆ। ਕਹਿੰਦੇ ਚਲੋ ਉਹਦੀ ਕਬਰ ਤੇ ਨਮਸਕਾਰ ਕਰੀਏ। ਬੰਦਾ ਬੜਾ ਗਿਆਨਵਾਨ ਸੀ, ਬ੍ਰਹਮ ਗਿਆਨੀ ਸੀਗਾ। ਜਦ ਕਬਰ ਤੇ ਪਹੁੰਚਿਆ ਤੇ ਉਸਨੇ ਮਰਨ ਤੋਂ ਪਹਿਲਾਂ ਕਿਤੇ ਕਹਿ ਦਿੱਤਾ ਵੀ ਮੇਰੀ ਕਬਰ ਤੇ ਲਿਖ ਦਿਓ ਇਹ ਵੀ ਰਹਿਣ ਵਾਲਾ ਨਹੀਂ। ਕਹੋ ਸਤਨਾਮ ਸ੍ਰੀ। ਜਦੋਂ ਕਬਰ ਤੇ ਜਾ ਕੇ ਦੇਖਦਾ ਟੁਕੜੀ ਲੱਗੀ ਹੈ, ਉਹਦੇ ਵਿੱਚ ਲਿਖਿਆ ਹੋਇਆ ਇਹ ਵੀ ਰਹਿਣ ਵਾਲਾ ਨਹੀਂ। ਉਹ ਕਹਿਣ ਲੱਗੇ ਵਾਹ, ਫਕੀਰ ਤਾਂ ਮੈਂ ਸੀਗਾ, ਪਰ ਮੈਂ ਤਾਂ ਕੇਵਲ ਬਾਹਰੀ ਤੌਰ ਤੇ ਫਕੀਰ ਸੀ। ਅਸਲੀ ਫਕੀਰ ਤਾਂ ਤੂੰ ਹੈ, ਜਿਹੜਾ ਫਕੀਰੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਨਿਭਾ ਗਿਆ। ਨਾ ਅਮੀਰੀ ਵਿੱਚ ਖੁਸ਼ ਹੋਇਆ ਤੇ ਨਾ ਗਰੀਬੀ ਵਿੱਚ ਦੁਖੀ ਹੋਇਆ। ਹਾਂ ਸਿੱਖਾ, ਜੇ ਤੂੰ ਵੀ ਚਾਹੁੰਦਾ ਐਸੇ ਮਾਲਕ ਨੂੰ ਪਾਉਣਾ, ਕਾਇਆ ਕਾਮਣ ਜੇ ਕਰੀ ਭੋਗੈ ਭੋਗਣ ਹਾਰ। ਜੇ ਸਰੀਰ ਦੇ ਨਾਲ ਜੁੜਨਾ ਹੈ ਤਾਂ ਫਿਰ ਭਾਈ ਖਾ ਪੀ ਐਸ਼ ਕਰ, ਪਰ ਜੇ ਰੱਬ ਨੂੰ ਪਾਉਣਾ ਫਿਰ ਤੇਸਿਓ ਨੇਹੋ ਨਾ ਕੀਜੇ ਜੋ ਦੀਸੈ ਚੱਲਣ ਹਾਰ। ਫਿਰ ਤੂੰ ਉਹਦੇ ਨਾਲ ਮੋਹ ਨਾ ਪਾਈ ਜਿਹੜਾ ਖਤਮ ਹੋਣ ਵਾਲਾ ਦਿਸਦਾ। ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਪਤਾਰ। ਇਹੋ ਕਹਿਣ ਲੱਗੇ ਜਿਹੜੇ ਗੁਰਮੁਖ ਹਨ, ਗੁਰਮੁਖ ਸੁਹਾਗਣਾ। ਇੱਥੇ ਸੁਹਾਗਣੀ ਸ਼ਬਦ ਵਰਤਿਆ, ਪਰ ਇਸਤਰੀ ਵਾਸਤੇ ਨਹੀਂ, ਆਪਣੇ ਸਾਰਿਆਂ ਵਾਸਤੇ ਹੈ। ਆਪਣੀ ਆਤਮਾ ਇਸਤਰੀ ਹੈ, ਪਰਮੇਸ਼ਰ ਪਤੀ ਹੈ। ਇਹ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਗੁਰਮੁਖ ਰਵੈ ਸੁਹਾਗਣੀ, ਉਹ ਪਰਮੇਸ਼ਰ ਦੀਆਂ ਰੂਹਾਂ ਆਪਣੇ ਮਾਲਕ ਪਰਮੇਸ਼ਰ ਪਤਾਰ ਦਾ, ਪਤੀ ਦਾ ਸਾਖਿਆਤ ਆਨੰਦ ਮਾਣਦੀਆਂ, ਉਹਦੇ ਵਿੱਚ ਮਿਕਸ ਹੋ ਜਾਂਦੀਆਂ।
ਅੰਤਿਸ਼ ਕਰਨ ਵਿੱਚ ਉਹਨਾਂ ਦੇ ਆਨੰਦ ਵਸ ਜਾਂਦਾ ਹੈ। ਉਹ ਹਮੇਸ਼ਾ ਸੁਖ ਰਹਿੰਦੀਆਂ। ਚਾਰੇ ਅਗਨ ਨਿਵਾਰ ਮਰ, ਉਹ ਚਾਰੇ ਅੱਗਾਂ ਨੂੰ ਮਾਰ ਲੈਂਦੀਆਂ। ਹੰਸ ਹੇਤ ਲੋਭ ਕੋਪ ਚਾਦੇ ਨਰੀਆਂ ਅੱਗ, ਇਹ ਚਾਰੇ ਤਰ੍ਹਾਂ ਦੀ ਅੱਗ ਉਹਨਾਂ ਦੇ ਅੰਦਰੋਂ ਖਤਮ ਹੋ ਜਾਂਦੀ ਹੈ। ਗੁਰਮੁਖ ਹਰ ਜਲ ਪਾਏ, ਕਿਉਂਕਿ ਗੁਰੂ ਉਹਨਾਂ ਦੇ ਅੰਦਰ ਹਰੀ ਦੇ ਨਾਮ ਦਾ ਜਲ ਛਿੜਕ ਦਿੰਦਾ, ਤਰੋਂਕ ਦਿੰਦਾ। ਜਿਵੇਂ ਅੱਗ ਨੂੰ ਬੁਝਾਉਣ ਵਾਸਤੇ ਪਾਣੀ ਪਾ ਦਿੰਦੇ ਆ, ਗੁਰੂ ਕਿਰਪਾ ਕਰਕੇ ਉਹਨਾਂ ਸਿੱਖ ਇਸਤਰੀਆਂ ਦੇ ਅੰਦਰ, ਉਹਨਾਂ ਰੂਹਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਜਲ ਤਰੋਂਕ ਦਿੰਦਾ ਹੈ। ਤੇ ਜਿੱਥੇ ਪਾਣੀ ਪਾ ਦਈਏ ਉੱਥੇ ਕੁਛ ਉੱਗਰ ਆਉਂਦਾ ਫਿਰ। ਤੇ ਜਲ ਹਿਰਦੇ ਦੇ ਵਿੱਚ ਨਾਮ ਦਾ ਜਲ ਛਿੜਕਿਆ ਜਾਂਦਾ, ਉੱਥੇ ਕੀ ਉੱਗਰਦਾ ਹੈ? ਅੰਤਰ ਕਮਲ ਪਰਗਾਸਿਆ। ਫਿਰ ਆਹ ਜਿਹੜਾ ਹਿਰਦਾ ਕਮਲ ਹੈ, ਸਾਡੇ 6 ਕਮਲ ਹਨ, 6 ਚੱਕਰ ਹੈ ਸਾਡੇ। ਥੱਲਿਓਂ ਸ਼ੁਰੂ ਹੁੰਦੇ ਆ ਰੀੜ੍ਹ ਦੀ ਹੱਡੀ ਦੇ ਹੇਠਲੇ ਸਿਰੇ ਤੋਂ, ਅੱਗੇ ਚੱਲਦੇ ਚੱਲਦੇ ਸਾਡੇ ਇੱਕ ਨਾਭੀ ਚੱਕਰ ਹੈ, ਇੱਕ ਹਿਰਦੇ ਵੀ ਚੱਕਰ ਹੈ, 2 ਚੱਕਰ ਥੱਲੇ ਰਹਿ ਗਏ। ਇੱਕ ਗਲੇ ਚੱਕਰ ਹੈ, ਫਿਰ ਇੱਕ ਮੱਥੇ ਵਿੱਚ ਚੱਕਰ ਹੈ। ਇਹਨਾਂ ਚੱਕਰਾਂ ਨੂੰ ਕਮਲ ਵੀ ਕਹਿੰਦੇ ਆ। ਇਹ ਮੂਧੇ ਹੋਏ ਵੇ ਆ। ਜਦ ਮੀਂਹ ਪੈਂਦਾ ਨਾ, ਮੂਧੇ ਘੜੇ ਭਰਦੇ ਨਹੀਂ, ਉਹ ਖਾਲੀ ਤੇ ਸੁੱਕੇ ਰਹਿ ਜਾਂਦੇ ਆ। ਜਿਨ੍ਹਾਂ ਦੀ ਇਹ ਚੱਕਰ ਮੂਧੇ ਹੋਏ ਵੇ ਆ, ਉਹਨਾਂ ਤੇ ਬਾਣੀ ਦਾ ਅਸਰ ਨਹੀਂ ਹੁੰਦਾ। ਤੇ ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ, ਗੁਰੂ ਤਰੋਂਕ ਦਿੰਦਾ, ਅੰਦਰ ਹਰੀ ਦੇ ਨਾਮ ਦਾ ਛਿੱਟਾ ਦੇ ਦਿੰਦਾ ਹੈ, ਉਹਨਾਂ ਦਾ ਹਿਰਦਾ ਕਮਲ ਸਿੱਧਾ ਹੋ ਜਾਂਦਾ ਹੈ। ਫਿਰ ਉਹਨਾਂ ਦੇ ਵਿੱਚ ਅੰਮ੍ਰਿਤ ਦੀਆਂ ਬੂੰਦਾਂ ਡਿੱਗਦੀਆਂ। ਫਿਰ ਉੱਥੇ ਕੀ ਉਗੜਦਾ ਹੈ? ਖਿੜ ਜਾਂਦਾ ਹੈ ਕਮਲ ਦਾ ਫੁੱਲ। ਇਹ ਹੈ ਵੀ ਉਸੇ ਤਰ੍ਹਾਂ 4 8 6 4 8 16 32 64 ਗਲੇ ਤੱਕ ਪਹੁੰਚਦੀਆਂ 64। ਤੇ ਮੱਥੇ ਦੇ ਵਿੱਚ ਜਿਹੜਾ ਸਾਡਾ ਦਿਮਾਗ ਰੂਪੀ ਕਮਲ ਹੈ, ਇਹ ਹਜ਼ਾਰਾਂ ਪੰਖੜੀਆਂ ਦਾ ਕਮਲ ਹੈ। ਫਿਰ ਇਹ ਦਿਮਾਗ ਵੀ ਪ੍ਰਫੁੱਲਤ ਹੋ ਜਾਂਦਾ ਹੈ। ਕਹੋ ਸਤਨਾਮ ਸ੍ਰੀ। ਤੋ ਮੇਰੇ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਸਿੱਖੋ, ਉਹਨਾਂ ਦੇ ਅੰਦਰੋਂ ਉਹ ਅੱਗ ਬੁਝ ਜਾਂਦੀ ਹੈ ਵਿਸ਼ੇ ਵਿਕਾਰਾਂ ਦੀ, ਔਰ ਹਿਰਦਾ ਕਮਲ ਖਿੜ ਜਾਂਦਾ ਹੈ। ਅੰਮ੍ਰਿਤ ਭਰਿਆ ਅਗਾਏ, ਅੰਦਰ ਅੰਮ੍ਰਿਤ ਭਰ ਜਾਂਦਾ ਹੈ। ਪਰ ਕਰਨਾ ਕੀ ਪਊਗਾ? ਗੁਰੂ ਨਾਨਕ ਨੂੰ ਪੁੱਛਿਆ ਜੀ ਕਰਨਾ ਕੀ ਪਊਗਾ? ਕਹਿੰਦੇ ਨਾਨਕ ਸਤਿਗੁਰ ਮੀਤ ਕਰ, ਗੁਰੂ ਨੂੰ ਮਿੱਤਰ ਬਣਾ ਲੈ ਹੈ। ਤੇ ਮਿੱਤਰ ਫਿਰ ਆਪਦੇ ਮਿੱਤਰ ਦਾ ਕੰਮ ਕਰ ਹੀ ਦਿੰਦਾ। ਕਹੋ ਸਤਨਾਮ। ਗੁਰੂ ਨੂੰ ਮਿੱਤਰ ਬਣਾ ਲਾ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ, ਗੁਰੂ ਨੂੰ ਮਿੱਤਰ ਬਣਾ ਲਾ। ਨਾਨਕ ਸਤਿਗੁਰ ਮੀਤ ਕਰ, ਸੱਚ ਪਾਵੇਂ ਦਰਗਹਿ ਜਾਏ। ਜੇ ਕਿਤੇ ਗੁਰੂ ਤੇਰਾ ਮਿੱਤਰ ਬਣ ਗਿਆ, ਤੈਨੂੰ ਤੇਰੇ ਪਤੀ ਨਾਲ ਮਿਲਾ ਦੇਵੇਗਾ, ਪਰਮਾਤਮਾ ਨਾਲ ਮਿਲਾ ਦੇਵੇਗਾ। ਆਓ ਗੁਰੂ ਨਾਨਕ ਮਿੱਤਰ, ਗੁਰੂ ਗ੍ਰੰਥ ਸਾਹਿਬ ਮਿੱਤਰ ਬਣਾ ਕਰਕੇ ਇਹਨਾਂ ਦੇ ਲੜ ਲੱਗੀਏ, ਔਰ ਇਹਨਾਂ ਦੇ ਕੋਲੋਂ ਆਪਣਾ ਮਾਰਗ ਦਰਸ਼ਨ ਪ੍ਰਾਪਤ ਕਰੀਏ। ਇਸ ਤੋਂ ਵੱਡਾ ਮਿੱਤਰ, ਇਸ ਤੋਂ ਵੱਡਾ ਬਾਪ, ਇਸ ਤੋਂ ਵੱਡਾ ਸਾਡਾ ਮਾਲਕ ਹੋਰ ਕੋਈ ਨਹੀਂ ਹੋ ਸਕਦਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਾ ਗੁਰੂ ਨਿਸਤਾਰੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਸ ਜੇਵੜ ਅਵਰ ਨਾ ਕੋਏ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਇੰਨੀ ਮਹਿਮਾ ਬਾਣੀ ਦੀ ਸਤਿਗੁਰਾਂ ਨੇ ਦੱਸੀ ਹੈ। 7ਵੇਂ ਪਾਤਸ਼ਾਹ ਜੀ ਨੇ ਤਾਂ ਇੱਕ ਦਿਨ ਸੰਗਤਾਂ ਦੇ ਜਥੇ ਰੂਪ ਚ ਆਉਂਦਿਆਂ ਸ਼ਬਦ ਕਰਨ ਵਿੱਚ ਪੈਂਦਾ ਹੀ ਗਿਆ, ਤੇ ਉੱਠ ਕੇ ਮੰਜੇ ਤੋਂ ਖੜੇ ਹੋ ਗਏ, ਔਰ ਉੱਠਦਿਆਂ ਹੋਇਆਂ ਗੋਡਾ ਪਾਵੇ ਨਾਲ ਵੱਜਿਆ। ਸੰਗਤ ਕੋਲ ਖੜੀ ਸੀ ਜਾਂ ਬੈਠੀ ਸੀ, ਉਹ ਕਹਿਣ ਲੱਗੇ ਮਹਾਰਾਜ ਤੁਸੀਂ ਇੱਕਦਮ ਕਿਉਂ ਖੜੇ ਹੋਏ? ਗੋਡੇ ਤੇ ਸੱਟ ਵੱਜ ਗਈ। ਪਾਤਸ਼ਾਹ ਕਹਿੰਦੇ ਭਾਈ ਮੈਂ ਖੜਾ ਕਿਉਂ ਨਾ ਹੋਵਾਂ, ਗੁਰੂ ਨਾਨਕ ਆ ਰਿਹਾ ਸੀ, ਗੁਰੂ ਨਾਨਕ ਦੀ ਬਾਣੀ ਗਾਉਂਦੇ ਸਿੱਖ ਆ ਰਹੇ ਸੀ, ਇਸ ਕਰਕੇ ਮੈਂ ਉੱਠਿਆ। ਸਿੱਖ ਕਹੇ ਤੁਸੀਂ ਤਾਂ ਖੁਦ ਹੀ ਨਾਨਕ ਹੋ, ਖੁਦ ਹੀ ਗੁਰੂ ਹੋ। ਕਹਿੰਦੇ ਨਹੀਂ, ਮੈਂ ਠੀਕ ਹੈ, ਉਸ ਗੁਰੂ ਨੇ ਬਖਸ਼ਿਸ਼ ਕੀਤੀ ਹੈ ਮੇਰੇ ਤੇ, ਪਰ ਸਾਥੋਂ ਵੱਡਾ ਸ਼ਬਦ ਹੈ। ਸੋ ਸਾਰਿਆਂ ਨੇ ਗੁਰੂਆਂ ਨੇ ਸ਼ਬਦ ਨੂੰ ਮੱਥਾ ਟੇਕਿਆ, ਸਾਨੂੰ ਵੀ ਸ਼ਬਦ ਨਾਲ ਜੋੜਿਆ। ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਉਰਾਨੰ। ਸ਼ਬਦ ਕੋ ਚੀਨ ਭਾਈ, ਸ਼ਬਦ ਕੋ ਖੋਜ ਭਾਈ। ਸ਼ਬਦ ਕੇ ਚਾਨਣੇ ਇੱਕ ਵਸਤ ਪਾਈ। ਸ਼ਬਦ न जाने से अन्य बोले, से किते आए संसारा। ये शब्द की महिमा है। ਰਹਿੰਦੀਆਂ ਵਿਚਾਰਾਂ ਅਗਲੇ ਸ਼ਬਦ ਦੀਆਂ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਲਾਓ ਫਤਿਹ ਪਾਓ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।